ਅਤੁਲ ਠਾਕੁਰ ਭਗਤ ਤੇ ਹਰ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾ ਹਰ ਜਹੂਰ ਹਾਜ਼ਰ ਹਜੂਰ ਸਰਬ ਕਲਾ ਭਰਪੂਰ। ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ, ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨੇ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦੀਦਾਰ ਬਖਸ਼ਿਸ਼ ਕੀਤੇ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਦੇ ਦਰ ਘਰ ਦੀ ਮਰਿਆਦਾ ਅਨੁਸਾਰ ਪੰਜ ਬਾਣੀਆਂ ਦਾ ਨਿਤਨੇਮ, ਆਸਾ ਕੀ ਵਾਰ ਦਾ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੋਇਆ ਹੈ। ਲੜੀਵਾਰ ਰੂਪ ਦੇ ਵਿੱਚ ਅੱਜ ਦਾ ਜੋ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ, 923 ਅੰਗ ਤੋਂ ਰਾਮਕਲੀ ਰਾਗ ਦੇ ਅੰਦਰ ਸੱਤ ਬਾਣੀ ਦੁਆਰਾ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਪਿਛੇ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਆਨੰਦ ਸਾਹਿਬ ਜੀ ਦੀ ਸੰਪੂਰਨਤਾਈ ਹੋਈ ਹੈ। 922 ਅੰਗ ਤੇ ਆਨੰਦ ਸਾਹਿਬ ਸੰਪੂਰਨ ਹੋਇਆ ਹੈ। 923 ਅੰਗ ਤੋਂ ਸੱਦ ਨਾਮ ਦੀ ਬਾਣੀ ਆਰੰਭ ਹੋ ਰਹੀ ਹੈ, ਜਿਸ ਦੀ ਸੰਪੂਰਨਤਾਈ 924 ਅੰਗ ਤੇ ਉੱਪਰਲੇ ਪਾਸੇ ਹੁੰਦੀ ਹੈ। ਤੋ ਇਹ ਪਵਿੱਤਰ ਜੋ ਬਾਣੀ ਹੈ, ਇਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਪੜਪੋਤੇ ਬਾਬਾ ਸੁੰਦਰ ਜੀ ਦੇ ਦੁਆਰਾ ਉਚਾਰਨ ਕੀਤੀ ਗਈ ਹੈ। ਭਾਵੇਂ ਆਰੰਭ ਵਿੱਚ ਕੋਈ ਸਿਰਲੇਖ ਨਹੀਂ ਦਿੱਤਾ ਹੈ, ਸਿਰਫ ਬਾਣੀ ਦਾ ਨਾਮ ਦਿੱਤਾ ਹੈ ਸੱਦ। ਆਰੰਭ ਵਿੱਚੋਂ ਨਹੀਂ ਪਤਾ ਲੱਗਦਾ ਹੈ ਵੀ ਇਹ ਬਾਣੀ ਕਿਹਨਾਂ ਦੀ ਹੈ, ਪਰ ਜਿੱਥੇ ਇਸ ਬਾਣੀ ਦੀ ਸਮਾਪਤੀ ਹੁੰਦੀ ਹੈ ਉੱਥੇ ਬਾਬਾ ਸੁੰਦਰ ਜੀ ਦਾ ਨਾਮ ਹੈ। ਅਖੀਰ ਦੇ ਉੱਤੇ ਵਚਨ ਹੈ, ਕਹੈ ਸੁੰਦਰ ਸੁਣਹੁ ਸੰਤਹੁ ਸਭ ਜਗਤ ਪੈਰੀ ਪਾਏ ਜੀਓ। ਇਹ ਬਾਬਾ ਸੁੰਦਰ ਜੀ ਤੀਜੇ ਪਾਤਸ਼ਾਹ ਜੀ ਦੇ ਪੜਪੋਤੇ ਹੋਏ ਹਨ। ਸਾਧ ਸੰਗਤ ਜੀ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੋ ਭੱਲੇ ਬੰਸ ਦੇ ਵਿੱਚ ਪ੍ਰਗਟ ਹੋਏ, ਤੀਜੇ ਪਾਤਸ਼ਾਹ ਮਹਾਰਾਜ ਜੀ ਦੇ ਸਤਿਕਾਰਯੋਗ ਪਿਤਾ ਜੀ ਹਨ ਬਾਬਾ ਤੇਜ ਭਾਣ ਜੀ, ਤੇ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਚਾਰ ਭਰਾ ਹਨ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ 2 ਸੁਪੁੱਤਰ ਤੇ 2 ਸੁਪੁੱਤਰੀਆਂ ਹਨ। ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਸਾਹਿਬਜ਼ਾਦੇ ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ। 2 ਸੁਪੁੱਤਰੀਆਂ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ। ਬੀਬੀ ਦਾਨੀ ਜੀ ਦੇ ਪਤੀ ਹਨ ਸਤਿਕਾਰਯੋਗ ਭਾਈ ਰਾਮਾ ਜੀ, ਤੇ ਬੀਬੀ ਭਾਨੀ ਜੀ ਦੇ ਪਤੀ ਹਨ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਬੀਬੀ ਭਾਨੀ ਜੀ ਜਿੱਥੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਛੋਟੇ ਸੁਪੁੱਤਰੀ ਹਨ, ਉਥੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਪਤਨੀ ਹਨ।
ਤੇ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਪੂਜਨੀਕ ਮਾਤਾ ਜੀ ਹਨ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਮੋਹਰੀ ਜੀ ਦੇ ਸੁਪੁੱਤਰ ਹਨ ਬਾਬਾ ਆਨੰਦ ਜੀ, ਤੇ ਬਾਬਾ ਆਨੰਦ ਜੀ ਦੇ ਸੁਪੁੱਤਰ ਹਨ ਸਾਧ ਸੰਗਤ ਜੀ ਬਾਬਾ ਸੁੰਦਰ ਜੀ। ਇਸ ਕਰਕੇ ਬਾਬਾ ਸੁੰਦਰ ਜੀ ਦੇ ਪਿਤਾ ਬਾਬਾ ਆਨੰਦ ਜੀ ਤੇ ਦਾਦਾ ਜੀ ਬਾਬਾ ਮੋਹਰੀ ਜੀ ਤੇ ਪੜਦਾਦਾ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਇਸ ਕਰਕੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਪੜਪੋਤੇ ਲੱਗੇ ਬਾਬਾ ਸੁੰਦਰ ਜੀ, ਜਿਨ੍ਹਾਂ ਦੀ ਇਹ ਪਵਿੱਤਰ ਬਾਣੀ ਹੈ, ਜਿਸ ਬਾਣੀ ਦਾ ਨਾਮ ਹੈ ਸੱਦ। ਔਰ ਇਸ ਬਾਣੀ ਦੇ ਅੰਦਰ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਉਪਦੇਸ਼ ਹੈ। ਇਹ ਬਾਣੀ ਬਾਬਾ ਸੁੰਦਰ ਜੀ ਦੇ ਉਚਾਰਨ ਕੀਤੀ ਹੈ, ਪਰ ਇਸ ਦੇ ਵਿੱਚ ਜਿਹੜਾ ਉਪਦੇਸ਼ ਹੈ ਉਹ ਉਪਦੇਸ਼ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦਾ ਹੈ। ਇਹਦਾ ਇਤਿਹਾਸ ਵਿੱਚ ਇਸ ਤਰ੍ਹਾਂ ਜ਼ਿਕਰ ਆਉਂਦਾ ਹੈ ਵੀ ਜਿਸ ਵੇਲੇ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਦੇ ਤਖਤ ਤੇ ਸੋਭਨੀਕ ਹੋਏ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਭਾਗ ਲਾਏ, ਮਹਾਰਾਜ ਸਾਹਿਬ ਜੀ ਦੇ ਅਸਥਾਨਾਂ ਦੀ ਸੇਵਾ ਅੱਗੇ ਮਹਾਰਾਜ ਕਰਵਾ ਰਹੇ ਹਨ, ਜਿਹੜੀ ਸੇਵਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਆਰੰਭ ਕੀਤੀ ਹੈ। ਸਰੋਵਰ ਸਾਹਿਬਾਂ ਨੂੰ ਪੱਕਿਆਂ ਕਰਵਾਉਣਾ, ਦਰਬਾਰ ਸਾਹਿਬ ਦੀ ਰਚਨਾ ਕਰਵਾਉਣੀ। ਸਮੇਂ ਦੇ ਨਾਲ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਗੋਇੰਦਵਾਲ ਸਾਹਿਬ ਵੀ ਆਇਆ ਕਰਦੇ। ਤਾਂ ਇੱਕ ਵਾਰੀ ਸਿੱਖਾਂ ਸੰਗਤਾਂ ਦੇ ਸਮੇਤ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਗੋਇੰਦਵਾਲ ਸਾਹਿਬ ਆਏ, ਔਰ ਇੱਥੇ ਆ ਕਰਕੇ ਜਿੱਥੇ ਬੌਲੀ ਸਾਹਿਬ ਨਮਸਕਾਰ ਕੀਤੀ, ਬਾਕੀ ਸਾਰੇ ਅਸਥਾਨਾਂ ਦੇ ਉੱਤੇ ਗੁਰੂ ਅਸਥਾਨਾਂ ਦੇ ਉੱਤੇ ਨਮਸਕਾਰ ਕੀਤੀ। ਉੱਥੇ ਫਿਰ ਸਤਿਗੁਰਾਂ ਦੇ ਦੇਹਰਿਆਂ ਤੇ ਜਾ ਕੇ ਵੀ ਨਮਸਕਾਰ ਕੀਤੀ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਦੇਹਰਾ ਸਾਹਿਬ, ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਦੇਹਰਾ, ਬੀਬੀ ਭਾਨੀ ਜੀ ਜੋ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਦੇ ਸਤਿਕਾਰਯੋਗ ਮਾਤਾ ਜੀ ਹਨ, ਤਿੰਨਾਂ ਦਾ ਦੇਹਰਾ ਸਾਹਿਬ, ਉੱਥੇ ਜਾ ਕੇ ਨਮਸਕਾਰ ਕੀਤੀ। ਇਹ ਬਿਆਸ ਦਰਿਆ ਦੇ ਕੰਢੇ ਤੇ ਸਨ। ਡੇਰਾ ਉਸ ਨੂੰ ਕਿਹਾ ਜਾਂਦਾ ਹੈ ਜਿਸ ਥਾਂ ਤੇ ਗੁਰੂ ਸਾਹਿਬਾਂ ਦੇ ਪਵਿੱਤਰ ਸਰੀਰ ਦਾ ਅੰਤਮ ਸੰਸਕਾਰ ਹੋਇਆ ਸੀ। ਸਾਧ ਸੰਗਤ ਜੀ, ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਨੇ ਵੀ ਗੋਇੰਦਵਾਲ ਸਾਹਿਬ ਵਿੱਚ ਹੀ ਸਰੀਰ ਤਿਆਗਿਆ ਤੇ ਬਿਆਸ ਦਰਿਆ ਦੇ ਕੰਢੇ ਤੇ ਮਹਾਰਾਜ ਸਾਹਿਬ ਜੀ ਦੇ ਪਾਵਨ ਸਰੀਰ ਦਾ ਸੰਸਕਾਰ ਕੀਤਾ ਗਿਆ। ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਵੀ ਗੋਇੰਦਵਾਲ ਸਾਹਿਬ ਵਿੱਚ ਹੀ ਸੱਚਖੰਡ ਪਿਆਨਾ ਕੀਤਾ ਤੇ ਸਤਿਗੁਰੂ ਜੀ ਦੇ ਪਾਵਨ ਸਰੀਰ ਦਾ ਵੀ ਉੱਥੇ ਹੀ ਬਿਆਸ ਦਰਿਆ ਦੇ ਕੰਢੇ ਤੇ ਸੰਸਕਾਰ ਕੀਤਾ। ਤੇ ਬੀਬੀ ਭਾਨੀ ਜੀ ਨੇ ਵੀ ਇੱਥੇ ਹੀ ਸਰੀਰ ਤਿਆਗਿਆ ਤੇ ਤਿੰਨਾਂ ਦੇ ਪਾਵਨ ਪਵਿੱਤਰ ਸਰੀਰ ਦਾ ਸੰਸਕਾਰ ਵੀ ਬਿਆਸ ਦਰਿਆ ਦੇ ਕੰਢੇ ਤੇ ਕੀਤਾ। ਔਰ ਉਸ ਥਾਂ ਦੇ ਉੱਤੇ ਉਹਨਾਂ ਦੇਵਰਿਆਂ ਤੇ ਜਾ ਕੇ ਵੀ ਨਮਸਕਾਰ ਕੀਤੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ। ਔਰ ਉੱਥੇ ਸਤਿਗੁਰੂ ਜੀ ਬੈਠੇ ਹਨ ਔਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਉਸ ਵੇਲੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਆ ਤੇ ਸਾਰੇ ਭੱਲੇ ਸਾਹਿਬਜ਼ਾਦੇ ਵੀ ਉੱਥੇ ਆਏ ਹਨ, ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਬੰਸ। ਉਸ ਮੌਕੇ ਤੇ ਪੰਚਮ ਪਾਤਸ਼ਾਹ ਮਹਾਰਾਜ ਨੇ ਆਖਿਆ ਕਿ ਅਸੀਂ ਆਪ ਜੀ ਦੇ ਪਾਸੋਂ ਭੱਲੇ ਸਾਹਿਬਜ਼ਾਦਿਆਂ ਨੂੰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਸੱਚਖੰਡ ਪਿਆਨੇ ਦੀ ਗਾਥਾ ਸਰਵਣ ਕਰਨਾ ਚਾਹੁੰਦੇ ਹਾਂ ਕਿ ਜਦੋਂ ਤੀਜੇ ਪਾਤਸ਼ਾਹ ਸਾਡੇ ਨਾਨਾ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਸੱਚਖੰਡ ਪਿਆਨਾ ਕੀਤਾ, ਉਸ ਵੇਲੇ ਕੀ ਉਪਦੇਸ਼ ਦਿੱਤਾ ਸੀ।
ਉਸ ਵੇਲੇ ਦਾ ਜੋ ਉਪਦੇਸ਼ ਹੈ ਉਹ ਸਾਨੂੰ ਸੁਣਾਓ। ਫਿਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਪੜਪੋਤੇ ਬਾਬਾ ਸੁੰਦਰ ਜੀ ਨੇ ਸਾਧ ਸੰਗਤ ਜੀ ਉਹ ਸਾਰੇ ਬਚਨ ਸੁਣਾਏ, ਜਿਹੜੇ ਬਚਨ ਇਸ ਬਾਣੀ ਦੇ ਵਿੱਚ ਹਨ, ਜਿਸ ਬਾਣੀ ਦਾ ਸਿਰਲੇਖ ਹੈ ਸੱਦ। ਇਹ ਬਾਣੀ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਸਿੱਖਿਆ ਹੈ, ਸੱਚਖੰਡ ਪਿਆਨੇ ਦੇ ਬਚਨ ਹਨ, ਔਰ ਇਸ ਦੇ ਵਿੱਚ ਗੁਰੂ ਘਰ ਦਾ ਸਿਧਾਂਤ ਹੈ, ਔਰ ਇਸ ਬਾਣੀ ਦੇ ਵਿੱਚ ਇਤਿਹਾਸ ਵੀ ਹੈ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ। ਇਸ ਬਾਣੀ ਦੇ ਅੰਦਰ ਚੌਥੇ ਪਾਤਸ਼ਾਹ ਜੀ ਨੂੰ ਗੁਰਿਆਈ ਦੇਣ ਦਾ ਵੀ ਜ਼ਿਕਰ ਹੈ। ਇਸ ਬਾਣੀ ਦੇ ਅੰਦਰ ਉਹ ਸਿੱਖਿਆ ਵੀ ਹੈ ਵੀ ਜਿਸ ਵੇਲੇ ਕੋਈ ਪ੍ਰਾਣੀ ਚੜ੍ਹਾਈ ਕਰ ਜਾਵੇ ਤੇ ਉਹਦੇ ਚੜ੍ਹਾਈ ਕਰਨ ਤੋਂ ਬਾਅਦ, ਪਰਲੋਕ ਗਮਨ ਕਰਨ ਤੋਂ ਬਾਅਦ ਕੀ ਮਰਿਆਦਾ ਕਰਨੀ ਹੈ, ਉਹ ਵੀ ਸਾਰੀ ਸਿੱਖਿਆ ਇਸ ਬਾਣੀ ਦੇ ਅੰਦਰ ਹੈ। ਤਾਂ ਇਹ ਐਸੀ ਪਾਵਨ ਬਾਣੀ ਜੋ ਉਸ ਵੇਲੇ ਬਾਬਾ ਸੁੰਦਰ ਜੀ ਨੇ ਬਚਨ ਉਚਾਰਨ ਕੀਤੇ, ਇਸ ਪਵਿੱਤਰ ਬਾਣੀ ਦੇ ਅੰਦਰ ਤੇ ਪੰਜਵੇਂ ਪਾਤਸ਼ਾਹ ਜੀ ਨੇ ਸਰਵਣ ਕੀਤੇ। ਫਿਰ ਜਦੋਂ ਬਾਣੀ ਲਿਖਾਈ ਹੈ ਸ੍ਰੀ ਰਾਮਸਰ ਸਾਹਿਬ ਦੇ ਕੰਢੇ ਤੇ, ਤਾਂ ਭਾਈ ਗੁਰਦਾਸ ਸਾਹਿਬ ਜੀ ਤੋਂ ਮਹਾਰਾਜ ਸਾਹਿਬ ਜੀ ਨੇ ਇਹ ਆਨੰਦ ਸਾਹਿਬ ਦੀ ਬਾਣੀ ਲਿਖਾਉਣ ਤੋਂ ਉਪਰੰਤ ਇਹ ਸੱਦ ਨਾਮਕ ਬਾਣੀ ਲਿਖਵਾਈ ਹੈ, ਜੋ ਬਾਬਾ ਸੁੰਦਰ ਜੀ ਦੁਆਰਾ ਉਚਾਰਨ ਕੀਤੀ ਹੋਈ। ਔਰ ਐਸਾ ਵੀ ਸੰਪਰਦਾ ਦੇ ਵਿੱਚ ਮੰਨਿਆ ਜਾਂਦਾ ਹੈ ਵੀ ਭਾਵੇਂ ਇਹ ਬਚਨ ਬਾਬਾ ਸੁੰਦਰ ਜੀ ਨੇ ਉਸ ਵੇਲੇ ਸਰਵਣ ਕਰਵਾਏ, ਪਰ ਇਹ ਪੰਜਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪਣੇ ਵੱਲੋਂ ਹੀ ਇਹਨੂੰ ਛੰਦਾਬੰਦੀ ਦੀ ਤਰਤੀਬ ਦਿੱਤੀ ਹੈ, ਐਸਾ ਵੀ ਮੰਨਣਾ ਹੈ। ਤੋ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਇਸ ਬਾਣੀ ਅੰਦਰ ਉਪਦੇਸ਼ ਹੈ। ਸਾਧ ਸੰਗਤ ਜੀ, ਜਿਵੇਂ ਸਤਿਗੁਰੂ ਜੀ ਕਿਰਪਾ ਕਰਦੇ ਹਨ, ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਵਾਹਿਗੁਰੂ ਜੀ। ਰਾਮ ਕਲੀ ਸੱਦ। ਰਾਗ ਦਾ ਨਾਮ ਹੈ ਰਾਮ ਕਲੀ, ਬਾਣੀ ਦਾ ਨਾਮ ਹੈ ਸੱਦ, ਔਰ ਇਹਦਾ ਇਸੇ ਤਰ੍ਹਾਂ ਹੀ ਉਚਾਰਨ ਕੀਤਾ ਜਾਂਦਾ ਹੈ, ਥੋੜਾ ਜਿਹਾ ਕੱਸ ਕੇ ਅਦਕ ਦੇ ਸਹਿਤ ਸੱਦ। ਇਹਨੂੰ ਪੋਲਾ ਸੱਦ ਨਹੀਂ ਕਿਹਾ ਜਾਂਦਾ ਹੈ, ਜਿਵੇਂ ਉਚਾਰਨ ਕੀਤਾ ਗਿਆ ਹੈ ਇਸੇ ਤਰ੍ਹਾਂ ਇਹਦਾ ਕੱਸ ਕੇ ਅਦਕ ਦੇ ਸਹਿਤ ਉਚਾਰਨ ਕੀਤਾ ਜਾਂਦਾ ਹੈ ਸੱਦ। ਭਾਵੇਂ ਅਦਕ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਨਹੀਂ ਹੈ, ਪਰ ਜਿਸ ਪਦ ਨੂੰ, ਜਿਸ ਅੱਖਰ ਨੂੰ ਭਾਰਾ ਕਰਨਾ ਹੁੰਦਾ ਹੈ, ਉੱਥੇ ਉਹ ਵਰਤੋਂ ਕਰਨੀ ਪੈਂਦੀ ਹੈ, ਲਿਖਣਾ ਨਹੀਂ ਪਰ ਉਚਾਰਨ ਦੇ ਵਿੱਚ ਵਰਤੋਂ ਕਰਨੀ ਪੈਂਦੀ ਹੈ। ਸੱਦ, ਸੱਦ ਦਾ ਭਾਵ ਹੈ ਸੱਦਾ, ਹੁਕਮ, ਭਾਣਾ, ਜੋ ਵਾਹਿਗੁਰੂ ਪਰਮੇਸ਼ਰ ਵੱਲੋਂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੂੰ ਸੱਦਾ ਆਇਆ ਕਿ ਤੁਸੀਂ ਹੁਣ ਸਾਡੇ ਪਾਸ ਆ ਜਾਓ, ਸੱਚਖੰਡ ਆ ਜਾਓ। ਉਹ ਸੱਦੇ ਦਾ ਨਾਮ ਹੈ, ਬੁਲਾਵੇ ਦਾ ਨਾਮ ਹੈ, ਹੁਕਮ ਦਾ ਨਾਮ ਹੈ ਸੱਦ, ਸੱਦਾ। ਤੇ ਸੱਦੇ ਸਾਰਿਆਂ ਨੂੰ ਆ ਰਹੇ ਹਨ। ਸਾਧ ਸੰਗਤ, ਆਪਾਂ ਕੀਰਤਨ ਸੋਹਿਲੇ ਦੀ ਬਾਣੀ ਦਾ ਪਾਠ ਕਰਦੇ ਹਾਂ, ਤੇ ਕੀਰਤਨ ਸੋਹਿਲੇ ਦੀ ਬਾਣੀ ਜਿੱਥੇ ਸੌਣ ਲੱਗਿਆਂ ਪੜ੍ਹੀ ਜਾਂਦੀ ਹੈ, ਉੱਥੇ ਸਾਧ ਸੰਗਤ ਜੀ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ, ਉਸ ਵੇਲੇ ਵੀ ਮਰਿਆਦਾ ਹੈ ਸੋਹਿਲੇ ਦੀ ਬਾਣੀ ਪੜ੍ਹਨ ਦੀ। ਕੀਰਤਨ ਸੋਹਿਲੇ ਦੀ ਬਾਣੀ ਅੰਤਮ ਸੰਸਕਾਰ ਕਰਨ ਤੋਂ ਬਾਅਦ ਵੀ ਪੜ੍ਹੀ ਜਾਂਦੀ ਹੈ। ਜਦੋਂ ਪ੍ਰਾਣੀ ਨੂੰ ਚਿਖਾ ਦੇ ਵਿੱਚ ਰੱਖ ਕਰਕੇ ਲਾਂਬੂ ਲਾਇਆ ਜਾਂਦਾ ਹੈ, ਸਰੀਰ ਦਾ ਸੰਸਕਾਰ ਹੁੰਦਾ ਹੈ, ਉਸ ਤੋਂ ਮਗਰੋਂ ਇੱਕ ਪਾਸੇ ਬੈਠ ਕੇ ਕੀਰਤਨ ਸੋਹਿਲਾ ਪੜ੍ਹਿਆ ਜਾਂਦਾ ਹੈ। ਤੇ ਉਸ ਬਾਣੀ ਦੇ ਅੰਦਰ ਵੀ ਇਹ ਬਚਨ ਹੈ, ਘਰ ਘਰ ਇਹੋ ਬਾਹੁਜਾ ਸੱਦੜੇ ਨਿਤ ਪਵਨ। ਹਰੇਕ ਘਰ ਘਰ ਦੇ ਵਿੱਚ ਸੱਦਾ ਪਹੁੰਚ ਰਿਹਾ ਹੈ, ਬੁਲਾਵਾ ਪਹੁੰਚ ਰਿਹਾ ਹੈ। ਕਿਹੜਾ ਉਹ ਘਰ ਹੈ ਜਿਸ ਘਰ ਦੇ ਵਿੱਚ ਇਹ ਸੱਦਾ ਨਹੀਂ ਆਇਆ, ਮੌਤ ਦਾ ਸੱਦਾ ਨਹੀਂ ਆਇਆ, ਲੋਕ ਤੋਂ ਪਰਲੋਕ ਨੂੰ ਜਾਣ ਦਾ ਸੱਦਾ ਨਹੀਂ ਆਇਆ। ਹਰੇਕ ਘਰ ਦੇ ਵਿੱਚ ਸੱਦੇ ਆਏ। ਇਸੇ ਨੂੰ ਬਾਬਾ ਫਰੀਦ ਸਾਹਿਬ ਜੀ ਨੇ ਆਖਿਆ, ਵੇਖ
ਤੇਰੇ ਦਾਦੇ ਪੜਦਾਦੇ ਇੱਥੋਂ ਤੇਰੇ ਕੋਲੋਂ ਹੀ ਚਲੇ ਗਏ, ਉਹਨਾਂ ਨੂੰ ਵੀ ਸੱਦੇ ਆਏ ਸੀ, ਉਹ ਕੂਚ ਕਰ ਗਏ, ਤੁਰ ਗਏ ਇੱਥੋਂ। ਫਰੀਦਾ ਕਿੱਥੇ ਤੈਡੇ ਮਾਪਿਆਂ, ਜਿਨੀ ਤੂੰ ਜਣਿਓ ਹੈ, ਤੈ ਪਾਸ ਹੋਏ ਲੱਦ ਗਏ, ਤੂੰ ਅਜੇ ਨਾ ਪਤੀਣੋ ਹੈ। ਤੇਰੇ ਪਾਸੋਂ ਉਹ ਚਲੇ ਗਏ, ਪਰ ਤੈਨੂੰ ਹਾਲੇ ਪਤੀਆਵਾ ਨਹੀਂ ਆਇਆ। ਹਰੇਕ ਘਰ ਦੇ ਵਿੱਚ ਸੱਦਾ ਆ ਰਿਹਾ ਹੈ, ਹੁਕਮ ਆ ਰਿਹਾ ਹੈ, ਸੰਸਾਰ ਤੋਂ ਜਾਣ ਦਾ ਸੱਦੜਾ। ਇੱਥੇ ਸੱਦ ਆਖਿਆ, ਉੱਥੇ ਮਹਾਰਾਜ ਨੇ ਸੱਦੜਾ ਆਖਿਆ। ਘਰ ਘਰ ਇਹੋ ਬਾਹੂਚਾ, ਸੱਦੜੇ ਨਿਤ ਪਵਨ, ਸੱਦਣ ਹਾਰਾ ਸਿਮਰਿਐ, ਨਾਨਕ ਸੇ ਦੇਹ ਆਵਨ। ਪਰ ਜਿਹੜਾ ਸੱਦਣ ਹਾਰਾ ਹੈ ਉਹਦਾ ਸਿਮਰਨ ਕਰੀਏ, ਕਿਉਂਕਿ ਸੱਦਾ ਤੇ ਆ ਜਾਣਾ ਹੈ, ਉਹ ਦੇਹ ਤਾਂ ਆ ਜਾਣੇ ਹਨ ਦਿਨ, ਸੋ ਦਿਨ ਆਵਣ ਲੱਗਾ। ਉਹ ਜਿਹੜਾ ਦਿਨ ਉਹ ਤਾਂ ਹਰ ਰੋਜ਼ ਨੇੜੇ ਆਉਣ ਵਿੱਚ ਲੱਗਾ ਹੋਇਆ। ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਘਟੈ ਤਨ ਸੀਜੈ, ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਣ ਬਿਦ ਕੀਜੈ, ਸੋ ਦਿਨ ਆਵਣ ਲਾਗਾ। ਮਾਤ ਪਿਤਾ ਭਾਈ ਸੁਤ ਬਣਤਾ, ਕਹੋ ਕੋ ਹੈ ਕਾ ਕਾ। ਜਿਸ ਮੌਕੇ ਦੇ ਉੱਤੇ ਕੋਈ ਕਿਸੇ ਦਾ ਨਹੀਂ ਬਣਦਾ, ਉਹ ਦਿਨ ਨੇੜੇ ਆਉਣ ਵਿੱਚ ਲੱਗਾ ਹੋਇਆ ਹੈ, ਹਰ ਰੋਜ਼ ਨੇੜੇ ਆ ਰਿਹਾ, ਛਿਨ ਛਿਨ ਕਰਕੇ ਨੇੜੇ ਆ ਰਿਹਾ। ਛਿਨ ਛਿਨ ਯੋਧ ਬਿਹਾਤ ਹੈ, ਫੂਟੈ ਘਟ ਜਿਉ ਪਾਣੀ। ਮਹਾਰਾਜ ਕਹਿੰਦੇ ਕਿ ਜਿਹੜਾ ਸੱਦਣਹਾਰ ਹੈ ਨਾ ਪਰਮੇਸ਼ਰ, ਉਹਦਾ ਸਿਮਰਨ ਕਰੀਏ, ਜਿਸ ਦੇ ਹੁਕਮ ਦੇ ਨਾਲ ਜੀਵ ਨੂੰ ਸੱਦਾ ਆਉਂਦਾ। ਸੱਦਣਹਾਰਾ ਸਿਮਰਿਐ, ਨਾਨਕ ਸੇ ਦੇਹ ਆਵਨ। ਤਾਂ ਸੱਦ ਤੋਂ ਭਾਵ ਹੈ ਸਾਧ ਸੰਗਤ ਜੀ ਸੱਦਾ। ਜਿਸ ਵੇਲੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਆਪਣੇ ਸਾਰੇ ਪਰਿਵਾਰ ਨੂੰ, ਗੁਰਸਿੱਖਾਂ ਨੂੰ, ਸਾਰੀ ਸੰਗਤ ਨੂੰ ਇਹ ਵਚਨ ਕਹਿ ਦਿੱਤਾ ਕਿ ਗੁਰਸਿੱਖੋ ਸਾਨੂੰ ਹੁਣ ਸੱਦਾ ਆਇਆ ਹੈ, ਸਾਨੂੰ ਵਾਹਿਗੁਰੂ ਜੀ ਦਾ ਹੁਕਮਨਾਮਾ ਆਇਆ ਹੈ, ਹੁਣ ਅਸੀਂ ਸਰੀਰ ਤਿਆਗ ਜਾਣਾ ਹੈ। ਔਰ ਇਹ ਸਾਧ ਸੰਗਤ ਜੀ ਇਤਿਹਾਸ ਵਿੱਚੋਂ ਆਪਾਂ ਬਚਨ ਪੜ੍ਹਦੇ ਹਾਂ, ਦਸਾਂ ਹੀ ਗੁਰੂ ਸਾਹਿਬਾਂ ਨੇ ਆਪਣੇ ਸੱਚਖੰਡ ਜਾਣ ਤੋਂ ਪਹਿਲਾਂ ਹੀ ਕਈ ਦਿਨ ਸੰਗਤ ਨੂੰ ਦੱਸ ਦਿੱਤਾ ਸੀ। ਹਰ ਇੱਕ ਗੁਰੂ ਸਾਹਿਬ ਜੀ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸੱਚਖੰਡ ਜਾਣ ਤੋਂ ਪਹਿਲਾਂ ਸੰਗਤ ਨੂੰ ਦੱਸ ਦਿੱਤਾ ਵੀ ਅਸੀਂ ਹੁਣ ਸੱਚਖੰਡ ਚਲੇ ਜਾਣਾ, ਤੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਗੁਰਿਆਈ ਦਾ ਤਖਤ ਬਖਸ਼ ਦਿੱਤਾ। ਗੁਰੂ ਅੰਗਦ ਦੇਵ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਦਾ ਤਖਤ ਬਖਸ਼ਿਆ, ਤੇ ਪਹਿਲਾਂ ਹੀ ਦੱਸ ਦਿੱਤਾ ਸੰਗਤ ਨੂੰ ਵੀ ਅਸੀਂ ਸੱਚਖੰਡ ਜਾਣਾ। ਇਸੇ ਤਰ੍ਹਾਂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਵੀ ਸਾਰੀ ਸੰਗਤ ਵਿੱਚ ਬਚਨ ਕਹਿ ਦਿੱਤਾ ਕਿ ਹੁਣ ਸਾਨੂੰ ਸੱਦਾ ਆ ਗਿਆ ਹੈ ਤੇ ਅਸੀਂ ਸਰੀਰ ਤਿਆਗਣਾ ਹੈ। ਜਾਣ ਤੋਂ ਪਹਿਲਾਂ ਚੌਥੇ ਪਾਤਸ਼ਾਹ ਨੂੰ ਗੁਰਿਆਈ ਬਖਸ਼ਿਸ਼ ਕਰਕੇ ਚੌਥੇ ਥਾਂ ਦੇ ਉੱਤੇ ਗੁਰਤਾ ਗੱਦੀ ਦੇ ਮਾਲਕ ਬਣਾਉਣਾ ਹੈ। ਇਹ ਸੰਗਤ ਵਿੱਚ ਮਹਾਰਾਜ ਸਾਹਿਬ ਜੀ ਨੇ ਪਹਿਲਾਂ ਹੀ ਦੱਸ ਦਿੱਤਾ ਸੀ, ਤੇ ਸਾਰੇ ਗੁਰੂ ਸਾਹਿਬਾਂ ਨੇ ਪਹਿਲਾਂ ਦੱਸਿਆ ਹੈ ਗੁਰਸਿੱਖਾਂ ਨੂੰ ਸੱਚਖੰਡ ਜਾਣ ਤੋਂ। ਤਾਂ ਸੱਦ ਨਾਮ ਹੈ ਸਾਧ ਸੰਗਤ ਜੀ ਸੱਦੇ ਦਾ, ਬੁਲਾਵੇ ਦਾ, ਵਾਹਿਗੁਰੂ ਦੇ ਹੁਕਮ ਦਾ। ਔਰ ਇਸ ਸੱਦ ਨਾਮ ਦੀ ਬਾਣੀ ਦੇ ਅੰਦਰ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣਾ ਹੁਕਮ ਵੀ ਗੁਰਸਿੱਖਾਂ ਨੂੰ ਦਿੱਤਾ ਹੈ। ਗੁਰੂ ਸਾਹਿਬ ਜੀ ਦੇ ਹੁਕਮ ਦਾ ਨਾਮ ਵੀ ਸੱਦ ਹੈ, ਸਤਿਗੁਰੂ ਜੀ ਦੀ ਸਿੱਖਿਆ ਦਾ ਨਾਮ। ਤੇ ਸੱਦ ਨਾਮ ਮਹਾਂਪੁਰਖਾਂ ਨੇ ਦੱਸਿਆ ਇੱਕ ਪ੍ਰਕਾਰ ਦੇ ਸੰਗੀਤ ਦਾ ਨਾਮ ਵੀ ਸੱਦ ਹੈ। ਜਿਵੇਂ ਇਤਿਹਾਸ ਦੇ ਵਿੱਚ ਵੀ ਥੋੜੇ ਦਿਨ ਪਹਿਲਾਂ ਇੱਕ ਜ਼ਿਕਰ ਆਇਆ ਸੀ ਸ਼ਾਮ ਦੇ ਮੌਕੇ ਤੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਚਰਨਾਂ ਦੇ ਪਾਸ ਇੱਕ ਮਾਈ ਪਹੁੰਚਦੀ ਹੈ ਮਾਝੇ ਦੇ ਵਿੱਚੋਂ, ਤੇ ਸਤਿਗੁਰੂ ਘੋੜੇ ਤੇ ਸਵਾਰ ਹੋ ਕਰਕੇ ਜਾ ਰਹੇ ਸੀ, ਤੇ ਉਸ ਮਾਈ ਨੇ ਇੱਕ ਸੱਦ ਗਾਇਆ। ਸੱਦ ਉਹਨੇ ਆਪਣੀ ਬੇਨਤੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੂੰ ਇੱਕ ਉਸ ਗੀਤ ਦੇ ਰਾਹੀਂ ਸੁਣਾਈ। ਜੋ ਉਹਦੀ ਮੰਗ ਸੀ ਉਹਨੇ ਸੱਦ ਬੋਲ ਕਰਕੇ ਮੰਗ ਮੰਗੀ।
ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਜਦੋਂ ਸੱਤ ਸੁਣਿਆ ਤੇ ਸਤਿਗੁਰੂ ਕਹਿਣ ਲੱਗੇ ਬੀਬੀ ਫੇਰ ਸੁਣਾ। ਉਹਨੇ ਫੇਰ ਸੁਣਾਇਆ, ਦੋਹਰੀ ਵਾਰੀ ਸੁਣਾਇਆ। ਉਹਦੇ ਵਿੱਚ ਉਹਨੇ ਆਪਣੀ ਅਰਜ਼ ਕੀਤੀ ਮਹਾਰਾਜ ਸਾਹਿਬ ਜੀ ਦੇ ਅੱਗੇ ਕਿ ਮੈਂ ਸੰਸਾਰ ਤੋਂ ਪੁੱਤਰ ਤੋਂ ਬਿਨਾਂ ਜਾ ਰਹੀ ਆ, ਮੈਨੂੰ ਪੁੱਤਰ ਦੀ ਦਾਤ ਬਖਸ਼ੋ। ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਮਾਈ ਨੂੰ 7 ਪੁੱਤਰ ਦਿੱਤੇ ਸਨ। 7 ਪੁੱਤਰ ਘੋੜੇ ਤੇ ਸਵਾਰ ਹੀ ਕਾਗਜ਼ ਤੇ ਲਿਖ ਕੇ ਦੇਤੇ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਜਿਵੇਂ ਕਦੀ 6ਵੇਂ ਪਾਤਸ਼ਾਹ ਨੇ ਵੀ ਇੱਕ ਮਾਈ ਨੂੰ 7 ਪੁੱਤਰ ਬਖਸ਼ਿਸ਼ ਕੀਤੇ ਸੀ, ਉਸੇ ਤਰ੍ਹਾਂ ਦਸ਼ਮੇਸ਼ ਪਾਤਸ਼ਾਹ ਨੇ 7 ਪੁੱਤਰ ਬਖਸ਼ੇ। ਤਾਂ ਉਹ ਇੱਕ ਉਸ ਮਾਈ ਨੇ ਜਿਹੜਾ ਲੰਮੀ ਹੇਕ ਦੇ ਨਾਲ ਗੀਤ ਗਾਇਆ ਸੀ ਤੇ ਉਸ ਨੂੰ ਵੀ ਸੱਦ ਆਖਿਆ ਜਾਂਦਾ ਹੈ। ਸੱਦ ਗਾਉਣਾ ਇੱਕ ਤਰ੍ਹਾਂ ਦੇ ਸੰਗੀਤ ਦਾ ਨਾਮ ਵੀ ਸੱਦ ਹੈ, ਛੰਦ ਦਾ ਨਾਮ। ਤਾਂ ਸੱਦ ਨਾਮ ਇੱਥੇ ਸੱਦੇ ਦਾ ਹੈ, ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦਾ ਹੈ। ਰਾਮ ਕਲੀ ਰਾਗ ਹੈ, ਸੱਦ ਨਾਮ ਦੀ ਬਾਣੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਆਰੰਭ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਮੰਗਲ ਕੀਤਾ। ਇਹ ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਜਿਸ ਵੇਲੇ ਭਾਈ ਗੁਰਦਾਸ ਸਾਹਿਬ ਜੀ ਤੋਂ ਬਾਣੀ ਲਿਖਵਾਈ ਹੈ ਨਾ, ਉਸ ਮੌਕੇ ਤੇ ਮਹਾਰਾਜ ਸਾਹਿਬ ਜੀ ਨੇ ਇਹ ਮੰਗਲ ਲਿਖਵਾਇਆ। ਵਾਹਿਗੁਰੂ ਇੱਕ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਤੇ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਇੱਥੇ ਜੋ ਏਕਾ ਪਾਇਆ ਨਾ ਮਹਾਰਾਜ ਸਾਹਿਬ ਜੀ ਨੇ, ਇਹ ਅੰਕਾਂ 'ਚ ਪਾਇਆ ਹੈ। ਇੱਕ ਜੋ ਲਿਖਿਆ ਹੈ ਸ਼ਬਦਾਂ ਵਿੱਚ ਨਹੀਂ ਲਿਖਿਆ ਹੈ, ਅੱਖਰਾਂ ਵਿੱਚ ਨਹੀਂ ਲਿਖਿਆ, ਅੰਕਾਂ ਦੇ ਵਿੱਚ ਲਿਖਿਆ ਗੁਰੂ ਸਾਹਿਬ ਜੀ। ਗੁਰਮੁਖੀ ਦਾ ਇੱਕ ਅੰਕ ਪਾਇਆ ਏਕਾ, ਜਿਸ ਦਾ ਭਾਵ ਹੈ ਕਿ ਵਾਹਿਗੁਰੂ ਪਰਮੇਸ਼ਰ ਇੱਕ ਹੈ। ਉਹ 2 4 5 7 ਨਹੀਂ ਹਨ, ਇੱਕੋ ਹੀ ਹੈ। ਤੇ ਜੋ ਓੰਕਾਰ ਹੈ ਉਹ ਊੜਾ ਖੁੱਲੇ ਮੂੰਹ ਵਾਲਾ ਤੇ ਉੱਤੇ ਲੰਮੀ ਲਕੀਰ ਖਿੱਚੀ ਹੈ, ਜਿਸ ਨੂੰ ਕਾਰ ਕਹਿੰਦੇ ਹਨ। ਕਾਰ, ਓੰਕਾਰ, ਜਿਸ ਨੂੰ ਆਪਾਂ ਉਚਾਰਨ ਕਰਦੇ ਹਾਂ ਓੰਕਾਰ, ਉੱਚਾ ਚੁੱਕ ਕੇ ਲੰਮਾ ਕਰਕੇ। ਪਰ ਊੜਾ ਖੁੱਲੇ ਮੂੰਹ ਵਾਲਾ, ਐੜੇ ਟਿੱਪੀ ਕੱਕੇ ਕੰਨਾ ਤੇ ਰਾਰਾ, ਇਸ ਤਰ੍ਹਾਂ ਓੰਕਾਰ ਨਹੀਂ ਇੱਥੇ ਲਿਖਿਆ। ਉਚਾਰਨ ਭਾਵੇਂ ਇਸੇ ਤਰ੍ਹਾਂ ਹੀ ਹੈ ਓੰਕਾਰ, ਪਰ ਆਪਾਂ ਜਿੱਥੇ ਵੇਖਦੇ ਆ ਇਹ ਮੰਗਲਾਂ ਦੇ ਵਿੱਚ ਊੜਾ ਖੁੱਲੇ ਮੂੰਹ ਵਾਲਾ ਤੇ ਉੱਤੇ ਲੰਮੀ ਲਕੀਰ ਹੈ, ਲੰਮੀ ਕਾਰ ਹੈ। ਤਾਂ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਇਹ ਏਕਾ ਲਾ ਕਰਕੇ ਇਹ ਸਿਧਾਂਤ ਰੱਖਿਆ ਹੈ ਕਿ ਪ੍ਰਮਾਤਮਾ ਇੱਕ ਹੈ, ਪਰਮੇਸ਼ਵਰ ਇੱਕ ਹੈ। ਉਹਦੇ ਨਾਮ ਅਨੇਕਾਂ ਹਨ, ਉਸ ਦੇ ਰੂਪ ਅਨੰਤ, ਉਹਦੇ ਗੁਣ ਬੇਅੰਤ, ਪਰ ਉਹ ਆਪ ਇੱਕੋ ਹੀ ਹੈ। ਅਨੇਕਾਂ ਰੂਪ ਧਾਰਨ ਕਰ ਲੈਂਦਾ ਹੈ, ਇੱਕ ਹੁੰਦਿਆਂ ਵੀ ਅਨੇਕਾਂ ਰੂਪਾਂ ਵਿੱਚ ਵਰਤ ਜਾਂਦਾ ਹੈ, ਪਰ ਹੈ ਇੱਕ ਹੀ। ਉਸ ਨੂੰ ਇਲਾਕਿਆਂ ਕਰਕੇ ਵੱਖ-ਵੱਖ ਨਾਵਾਂ ਨਾਲ ਬੁਲਾਇਆ ਜਾਂਦਾ ਹੈ। ਬੋਲੀ ਕਰਕੇ, ਭਾਸ਼ਾ ਕਰਕੇ ਉਸ ਦੇ ਨਾਮ ਬੇਅੰਤ ਹਨ, ਪਰ ਉਹ ਹਸਤੀ ਇੱਕੋ ਹੀ ਹੈ। ਕੋਈ ਉਸ ਨੂੰ ਰਾਮ ਕਹਿੰਦਾ ਹੈ, ਕੋਈ ਅੱਲਾ ਕਹਿੰਦਾ ਹੈ, ਕੋਈ ਖੁਦਾ ਕਹਿੰਦਾ ਹੈ, ਕੋਈ ਗੁਸਈਆਂ ਕਹਿੰਦਾ ਹੈ, ਕੋਈ ਗੋਬਿੰਦ ਕਹਿੰਦਾ ਹੈ, ਕੋਈ ਗੋਪਾਲ ਕਹਿੰਦਾ ਹੈ, ਕੋਈ ਬੀਠਲ ਕਹਿੰਦਾ ਹੈ, ਕੋਈ ਨਾਰਾਇਣ ਕਹਿੰਦਾ ਹੈ, ਕੋਈ ਦਮੋਦਰ ਕਹਿੰਦਾ ਹੈ। ਉਸੇ ਨੂੰ ਵਾਹਿਗੁਰੂ ਆਖਿਆ ਜਾਂਦਾ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅੱਲਾਹੇ, ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ। ਐਸਾ ਜੋ ਪ੍ਰਭੂ ਹੈ ਇੱਕ।
ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਿਣ ਨਾ ਜਾਹੀ ਤੇਰੇ ਗੁਣ ਕੀਤੇ। हे ਪ੍ਰਭੂ ਤੇਰੇ ਨਾਮ ਅਨੇਕਾ ਹਨ, ਤੇਰੇ ਰੂਪ ਅਨੰਤ ਆ, ਤੇਰੇ ਰੂਪਾਂ ਦਾ ਵੀ ਕੋਈ ਅੰਤ ਨਹੀਂ ਹੈ, ਤੇਰੇ ਨਾਮਾਂ ਦਾ ਵੀ ਕੋਈ ਅੰਤ ਨਹੀਂ ਹੈ, ਤੇਰੇ ਗੁਣਾਂ ਦਾ ਵੀ ਕੋਈ ਅੰਤ ਨਹੀਂ ਹੈ, ਪਰ ਹੈ ਤੂੰ ਇੱਕ। ਜੋ ਇੱਕ ਹੈ ਓੰਕਾਰ, ਇਹ ਓੰਕਾਰ ਪਦ ਜੋ ਹੈ ਇਹ ਤਿੰਨਾਂ ਜੋੜਾਂ ਦੇ ਨਾਲ ਇਹ ਬਣਿਆ ਹੋਇਆ। ਪਹਿਲਾਂ ਓ, ਫਿਰ ਅੰਗ, ਫਿਰ ਕਾਰ, ਇਕੱਠਾ ਆਪਾਂ ਉਚਾਰਨ ਕਰਦੇ ਹਾਂ ਓੰਕਾਰ। ਤਾਂ ਇਹਦੇ ਵਿੱਚੋਂ ਤਿੰਨ ਭਾਵ ਲਏ ਜਾਂਦੇ ਹਨ। ਓ ਨਾਮ ਹੈ ਉਤਪਤੀ ਦਾ, ਅੰਗ ਨਾਮ ਹੈ ਅੰਗ ਪੱਖ ਦਾ, ਪਾਲਣਾ ਦਾ, ਕਾਰ ਨਾਮ ਹੈ ਲੈਤਾ ਦਾ। ਜੋ ਇੱਕੋ ਇੱਕ ਪਰਮੇਸ਼ਰ ਸਾਰੀ ਸ੍ਰਿਸ਼ਟੀ ਦੀ ਪੈਦਾਇਸ਼ ਵੀ ਕਰਨ ਵਾਲਾ, ਉਤਪਤੀ ਵੀ ਕਰਨ ਵਾਲਾ ਹੈ, ਫਿਰ ਅੰਗ ਪੱਖ ਪਾਲਣਾ ਵੀ ਕਰਨ ਵਾਲਾ ਹੈ, ਤੇ ਫਿਰ ਕਾਰ ਸੰਘਾਰ ਵੀ ਕਰਨ ਵਾਲਾ, ਖਾਤਮਾ ਵੀ ਕਰਨ ਵਾਲਾ। ਉਹ ਇੱਕੋ ਹੀ ਪਰਮੇਸ਼ਰ ਹੈ ਜੋ ਸਾਰੀ ਸ੍ਰਿਸ਼ਟੀ ਦੀ, ਸਾਰੇ ਸੰਸਾਰ ਦੀ ਰਚਨਾ, ਪਾਲਣਾ ਤੇ ਲੈਤਾ ਕਰਦਾ ਹੈ। ਇਹ ਤਿੰਨੇ ਕਿਰਿਆਵਾਂ ਨੂੰ ਕਰਨ ਕਰਾਉਣ ਵਾਲਾ ਜੋ ਹੈ ਨਾ, ਉਹ ਓੰਕਾਰ ਹੈ। ਤੇ ਓੰਕਾਰ ਸਰਵ ਵਿਆਪਕ ਹੈ। ਓੰਕਾਰ ਉਚਾਰਨ ਮਾਤਰ ਸੇ ਰੱਖਿਆ ਕਰਨ ਵਾਲਾ ਹੈ। ਐਸਾ ਜੋ ਇੱਕ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਮਹਾਰਾਜ ਕਹਿੰਦੇ ਸਤਿਗੁਰ ਪ੍ਰਸਾਦ, ਸੱਚੇ ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਉਸ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਪ੍ਰਸਾਦ ਨਾਮ ਕਿਰਪਾ ਦਾ ਹੈ ਸਾਧ ਸੰਗਤ ਜੀ। ਸਤਿਗੁਰ ਪ੍ਰਸਾਦ, ਸਤਿਗੁਰੂ ਜੀ ਦੀ ਕਿਰਪਾ, ਪੂਰੇ ਗੁਰੂ ਦੀ ਕਿਰਪਾ, ਸੱਚੇ ਗੁਰੂ ਦੀ ਕਿਰਪਾ। ਸੱਚੇ ਗੁਰੂ ਦੀ ਕਿਰਪਾ ਦੇ ਨਾਲ ਹੀ ਉਸ ਇੱਕ ਵਾਹਿਗੁਰੂ ਜੀ ਦੀ ਸਮਝ ਸੋਝੀ ਪ੍ਰਾਪਤ ਹੁੰਦੀ ਹੈ। ਉਸ ਇੱਕ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਉਸ ਇੱਕ ਵਾਹਿਗੁਰੂ ਜੀ ਦੇ ਨਾਲ ਮਿਲਿਆ ਜਾਂਦਾ ਹੈ। ਪਰ ਉਹਦੇ ਵਾਸਤੇ ਸੱਚੇ ਗੁਰੂ ਦੀ ਪ੍ਰਸਾਦ ਕਿਰਪਾ ਦੀ ਲੋੜ ਹੈ। ਮਹਾਰਾਜ ਕਹਿੰਦੇ ਉਹ ਸਤਿਗੁਰੂ ਕਰਕੇ ਪ੍ਰਸਾਦ ਕਿਰਪਾ ਕਰਨ ਵਾਲਾ ਹੈ। ਜਗ ਦਾਤਾ ਸੋਏ, ਬਾਣੀ ਦੀ ਆਰੰਭਤਾ ਕਰਦੇ ਹਨ ਤੇ ਆਰੰਭ ਦੇ ਵਿੱਚ ਮਹਾਰਾਜ ਸਾਹਿਬ ਦੱਸਦੇ ਆ, ਜਗ ਦਾਤਾ ਸੋਏ। ਜਗ ਦੇ ਗੱਗੇ ਨੂੰ ਸਿਹਾਰੀ ਲੱਗੀ ਹੋਈ ਹੈ। ਇੱਥੇ ਜੋ ਜਗ ਹੈ, ਜਿਸ ਦਾ ਭਾਵ ਹੈ ਜਗ ਦੇ ਵਿੱਚ, ਜਗਤ ਦੇ ਅੰਦਰ, ਸੰਸਾਰ ਦੇ ਵਿੱਚ, ਦੁਨੀਆ ਦੇ ਵਿੱਚ। ਦਾਤਾ ਤੋਂ ਭਾਵ ਹੈ ਦਾਤਾਂ ਦੇਣ ਵਾਲਾ। ਸੋਏ ਤੋਂ ਭਾਵ ਹੈ ਉਹ ਕੌਣ? ਉਹ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ। ਜਗ ਦਾਤਾ ਸੋਏ। ਇਸ ਸਾਰੇ ਸੰਸਾਰ ਦੇ ਅੰਦਰ ਦਾਤਾ ਉਹ ਵਾਹਿਗੁਰੂ ਹੈ। ਦਾਤਾ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ। ਜਗ ਦੇ ਅੰਦਰ ਹੋਰ ਕੋਈ ਦਾਤਾ ਨਹੀਂ ਹੈ। ਦਾਤਾ ਸੋਏ। ਦਾਤਾ ਉਹ ਪਰਮੇਸ਼ਰ ਵਾਹਿਗੁਰੂ ਹੈ, ਜਿਸ ਨੇ ਜਗ ਨੂੰ ਰਚਿਆ, ਜਗ ਨੂੰ ਪੈਦਾ ਕੀਤਾ, ਫਿਰ ਜਗ ਦੀ ਪਾਲਣਾ ਕਰ ਰਿਹਾ। ਉਹ ਜਗ ਦਾ ਦਾਤਾ ਹੈ, ਜਗ ਦੇ ਵਿੱਚ ਦਾਤਾ ਹੈ। ਉਸ ਤੋਂ ਬਿਨਾਂ ਕੋਈ ਦੂਜਾ ਦਾਤਾ ਨਹੀਂ ਹੈ। ਤਾਂ ਹੀ ਬਾਣੀ ਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਐਸੇ ਬਚਨ ਫਰਮਾਏ, ਤੁਧਨੋ ਛੋੜ ਜਾਈਐ ਪ੍ਰਭ ਕੈ ਧਾਰ, ਆਨ ਨਾ ਬੀਆ ਤੇਰੀ ਸੰਸਰ। ਹੇ ਵਾਹਿਗੁਰੂ, ਤੈਨੂੰ ਛੱਡ ਕੇ ਹੋਰ ਕਿਹੜੀ ਧਿਰ ਪਾਸੇ ਜਾਈਏ, ਹੋਰ ਕਿਹੜੇ ਪਾਸੇ ਜਾਈਏ, ਕਿਉਂਕਿ ਤੇਰੇ ਵਰਗਾ ਕੋਈ ਦੂਜਾ ਹੈ ਨਹੀਂ ਤੇਰੀ ਬਰਾਬਰੀ ਕਰਨ ਵਾਲਾ। ਤੁਧਨੋ ਛੋੜ ਜਾਈਐ ਪ੍ਰਭ ਕੈ ਧਾਰ, ਆਨ ਨਾ ਬੀਆ ਤੇਰੀ ਸੰਸਰ। ਬੀਆ ਮੈਨੇ ਦੂਜਾ, ਕੋਈ ਦੂਜਾ ਤੇਰੀ ਬਰਾਬਰੀ ਕਰਨ ਵਾਲਾ ਨਹੀਂ ਹੈ। ਨਾ ਕੋਈ ਹੋਇਆ, ਨਾ ਕੋਈ ਹੈ, ਤੇ ਨਾ ਕੋਈ ਦੂਜਾ ਪ੍ਰਭੂ ਦੀ ਬਰਾਬਰੀ ਕਰਨ ਵਾਲਾ ਹੋਵੇਗਾ।
क्योंकि प्रभु एक है। इसे करके महाराज साहब जी ने मंगल दे विच ये बचन कहे भी एक ओंकार। एक ओंकार की व्याख्या ही मूल मंत्र अंदर है, ते फिर सारे मूल मंत्र की व्याख्या समुचे जपजी साहब के अंदर है। ते जपजी साहब की सारी व्याख्या महापुरख गुरमुख कहते आ कि सारा गुरु ग्रंथ साहिब महाराज जी की बाणी है। सारी बाणी एक ओंकार की व्याख्या ही है। वो प्रभु एक है, ਉਹਦੇ वर्गा कोई दूजा नहीं है। इसे नूं रहराज साहब जी की बाणी के अंदर महाराज ने फरमाया कि प्रभु परमेश्वर के अंदर गुण तां बेअंत वा, उसके गुण सारे कथन नहीं किए जा सकते, सारे बयान नहीं किए जा सकते, पर एक सब तो वड्डा गुण परमात्मा का यह है कि ਉਹਦੇ वर्गा ना कोई होया ते ना कोई होना। ये सब तो वड्डी ਉਹਦੀ खूबी है, सब तो वड्डा उस वाहिगुरु जी का गुण है। गुण ये होर ना ही कोई। गुण तो ਉਹਦੇ ਵਿੱਚ ਬੇਅੰਤ ਵਾ, पर सब तो वड्डा गुण ये है उसका वाहिगुरु जी का, ਉਹਦੇ वर्गा होर कोई नहीं है। गुण ये होर ना ही कोए, ना को होआ ना को होए। पिछे महाराज ਉਹਦੇ वर्गा कोई होया होवेगा, अगे कोई उस वर्गा होवेगा, ते सतगुरु जी कहते नहीं, ना कोई प्रभु वर्गा पिछे होया ते ना कोई अगे होवेगा, वो अपने वर्गा आप ही है। इस करके आख्या वो एक है, ਉਹਦੇ वर्गा कोई दूजा नहीं है। तो ऐसा परमेश्वर इको एक ही जग दे विच दाता है, होर कोई दूजा ਉਹਦੇ वर्गा दाता नहीं है। उंज दाते तो संसार विच कई हन, जिस दे कोले कोई दौलत है, कोई पदार्थ है, कोई दान पुण्य करता है तो वह भी दाता बन के बैठता है, वो भी अपने आप को दाता कहाउंदा है। ते लोग भी अखर वरतते हैं कि दानी सज्जन है। पर महाराज साहब पंजवें पातशाह जी ने सुखमनी साहब की बाणी अंदर फरमाया कि नहीं भाई, दाता तो एक परमात्मा ही है, बाकी सारा जगत भिखारी है। भावें कोई अपने आप को दाता कहाउंदा है, दानी सज्जन कहाउंदा है, पर सतगुरु कहते जिहड़ा वड्डा दाता है ना, जिस दी बख्शिश लै करके, जिस दे पासों दातां लै करके ये मनुख अगे वंडदा है ते अपने आप को दाता कहाउंदा है, वो वड्डा दाता इस निके जे दाते नूं मूर्ख ही समझदा है। ये बेसमझ मूर्ख मेरे कोलों लै करके उहदे विचों अगे कुछ दे करके ते आप दाता बनिया बैठा। परमेश्वर वाहिगुरु जी कहते आ भी बेनतियां कर करके तरले पा पा के लैंदा ते मेरे कोले है, ते फिर अगे थोड़े जिहा दान करके ते अपना नाम लिखाई फिरदा भी असीं भी दानी हुंदे आ, मैं भी दानी सज्जन हाँ, मैं भी दाता हाँ। सतगुरु कहते नहीं, दाता एक ही आ, दाते दो चार नहीं हैं। सुखमनी साहब के पवित्र बचन, जे को होए बह दातार, तिस देन हार जानेगा वार। जे कोई संसार विच दातार बन के बैठता है ना, ते जिस दाते ने सारा कुछ दिता इस बंदे नूं, वो इस नूं मूर्ख ही समझदा है। वो कहता मूर्ख बेसमझ लैंदा मेरे कोले है, अगे वंड के ते दाता अपने आप नूं कहाउंदा। हाँ दान करे, अगे वंडे, पर आखे भी ये सारा कुछ वाहिगुरु दा दिता होया, परमेश्वर ने मैनू दिता है ते उहदे दिते चों अगे दे रहा। उस वाहिगुरु जी ने मैनू ये जोग बनाया है, मैनू ये दातां दित्तियां। जपजी साहब के अंदर आपां पढ़दे हां साध संगत जी, ते गरीब नवाज साहब जी ने आख्या सबना जियां का एक दाता, ज्यादे दाते नहीं।
ਸ੍ਰਿਸ਼ਟੀ ਅਨੇਕ ਪ੍ਰਕਾਰ ਦੀ ਉਸਨੇ ਪੈਦਾ ਕੀਤੀ ਹੈ, ਪਰ ਦਾਤਾ ਇੱਕੋ ਹੀ ਹੈ, ਸਾਰਿਆਂ ਨੂੰ ਦਾਤਾ ਦੇਣ ਵਾਲਾ। ਸਾਰਿਆਂ ਜੀਆਂ ਦਾ ਇੱਕ ਹੀ ਦਾਤਾ ਹੈ ਤੇ ਉਹ ਭੁੱਲਣਾ ਨਹੀਂ ਚਾਹੀਦਾ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਦੱਦਾ ਦਾਤਾ ਏਕ ਹੈ। ਮਾਰੇ ਕਹਿੰਦੇ ਦੇਣ ਵਾਲਾ ਦਾਤਾ ਇੱਕੋ ਹੀ ਹੈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦੇਂਦੇ ਤੋਟ ਨਾ ਆਵਈ, ਅਗਣਤ ਭਰੇ ਭੰਡਾਰ। ਵਾਹਿਗੁਰੂ ਪਰਮੇਸ਼ਰ ਨੂੰ ਦੇਂਦਿਆਂ ਹੋਇਆਂ ਉਹਦੇ ਖਜ਼ਾਨੇ ਵਿੱਚ ਤੋਟ ਨਹੀਂ ਆਉਂਦੀ, ਕਿਉਂਕਿ ਉਹਦੇ ਭੰਡਾਰੇ ਅਣਗਿਣਤ ਆ ਤੇ ਸਾਰੇ ਭਰੇ ਹੋਏ ਆ। ਤੋਟ ਤਾਂ ਕੀ ਆਉਣੀ, ਘਾਟਾ ਤੇ ਵਾਹਿਗੁਰੂ ਜੀ ਦੇ ਭੰਡਾਰਿਆਂ ਵਿੱਚ ਕੀ ਆਉਣਾ। ਉਹ ਦੇ ਹੀ ਜਾਂਦਾ ਏ ਤੇ ਸੰਸਾਰ ਦੇ ਜੀਵ ਖਾਈ ਜਾਂਦੇ, ਖਰਚੀ ਜਾਂਦੇ, ਦਾਤਾਂ ਲਈ ਜਾਂਦੇ ਆ। ਪ੍ਰਭੂ ਦੇ ਭੰਡਾਰੇ ਊਣੇ ਵੀ ਨਹੀਂ ਹੁੰਦੇ। ਘਟਨੇ ਤਾਂ ਕੀ, ਮੁੱਕਣੇ ਤਾਂ ਕੀ, ਖਜ਼ਾਨਾ ਖਾਲੀ ਤਾਂ ਕੀ ਹੋਣਾ। ਉਹ ਊਣੇ ਹੀ ਨਹੀਂ ਹੁੰਦੇ, ਉਹ ਭਰੇ ਹੋਏ ਆ। ਦੁਨੀਆ ਦੇ ਸਾਰੇ ਖਜ਼ਾਨੇ ਖਾਲੀ ਹੋ ਜਾਂਦੇ ਆ। ਰਾਜਿਆਂ ਦੇ ਖਜ਼ਾਨੇ ਖਾਲੀ ਹੋ ਜਾਂਦੇ ਆ, ਸਰਕਾਰਾਂ ਦੇ ਖਜ਼ਾਨੇ ਖਾਲੀ ਹੋ ਜਾਂਦੇ। ਉਹ ਵੀ ਕਹਿ ਦਿੰਦੇ ਆ ਵੀ ਖਜ਼ਾਨਾ ਖਾਲੀ ਹੋ ਗਿਆ, ਖਜ਼ਾਨਾ ਮੁੱਕ ਗਿਆ। ਪਰ ਵਾਹਿਗੁਰੂ ਦਾਤੇ ਦਾ ਖਜ਼ਾਨਾ ਐਸਾ ਹੈ, ਉਹ ਖਾਲੀ ਨਹੀਂ ਹੁੰਦਾ। ਜਿਵੇਂ ਜਿਵੇਂ ਲੋਕ ਖਾਂਦੇ ਖਰਚਦੇ ਆ, ਉਹ ਵੱਧਦਾ ਹੀ ਜਾਂਦਾ। ਐਸਾ ਖਜ਼ਾਨਾ, ਭਾਵੇਂ ਉਹ ਪਦਾਰਥਾਂ ਦਾ ਖਜ਼ਾਨਾ ਹੈ ਤੇ ਭਾਵੇਂ ਉਹ ਸਾਧ ਸੰਗਤ ਜੀ ਨਾਮ ਬਾਣੀ ਦਾ ਖਜ਼ਾਨਾ। ਪਰਮੇਸ਼ਰ ਦੀਆਂ ਦਾਤਾਂ ਵਰਤਿਆਂ ਵੱਧਦੀਆਂ ਜਾਂਦੀਆਂ ਵਾ, ਘਟਦੀਆਂ ਨਹੀਂ। ਖਾਵਹਿ ਖਰਚਹਿ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਤੋਟਾ ਨਹੀਂ ਆਉਂਦਾ, ਮੁੱਕਦੀਆਂ ਨਹੀਂ ਦਾਤਾਂ। ਮਾਰੇ ਕਹਿੰਦੇ ਤੂੰ ਵੰਡ ਤਾਂ ਸਹੀ, ਇਹ ਵੱਧਦੀਆਂ ਜਾਣਗੀਆਂ। ਜੋ ਵੀ ਦਾਤ ਹੈ ਪਰਮੇਸ਼ਰ ਨੇ ਦਿੱਤੀ ਹੈ, ਸਤਿਗੁਰੂ ਕਹਿੰਦੇ ਉਹਨੂੰ ਤੂੰ ਵੰਡ, ਵੰਡ ਕੇ ਖਾ ਤੇ ਖਰਚ। ਇਹ ਕਮੀ ਨਹੀਂ ਆਵੇਗੀ, ਇਹ ਵੱਧਦੀ ਜਾਵੇਗੀ। ਇਹ ਖਜ਼ਾਨਾ ਵਧਣ ਵਾਲਾ। ਜਦੋਂ ਤੋਂ ਸ੍ਰਿਸ਼ਟੀ ਪੈਦਾ ਕੀਤੀ ਉਦੋਂ ਤੋਂ ਪਰਮੇਸ਼ਰ ਸਾਰਿਆਂ ਦੀ ਪਾਲਣਾ ਕਰ ਰਿਹਾ, ਕਿਉਂਕਿ ਇਹ ਸਤ ਬਾਣੀ ਦਾ ਪਹਿਲਾ ਬਚਨ ਹੈ, ਜਗ ਦਾਤਾ ਸੋਏ। ਜਗ ਦੇ ਵਿੱਚ ਦਾਤਾ ਉਹ ਪਰਮੇਸ਼ਰ ਵਾਹਿਗੁਰੂ ਹੈ, ਜਿਸ ਨੇ ਜਗ ਪੈਦਾ ਕੀਤਾ। ਬਾਕੀ ਤੇ ਸਾਰਾ ਜਗ ਭਿਖਾਰੀ ਹੈ। ਦਾਤਾ ਇੱਕੋ ਇੱਕ ਪਰਮੇਸ਼ਰ ਵਾਹਿਗੁਰੂ ਹੈ। ਤੇ ਇੱਕ ਇੱਕ ਬਾਣੀ ਦਾ ਅੱਖਰ, ਇੱਕ ਇੱਕ ਪੰਕਤੀ, ਇੱਕ ਇੱਕ ਸ਼ਬਦ ਕਿੱਡਾ ਵੱਡਾ ਗਿਆਨ ਦਿੰਦਾ। ਸਾਧ ਸੰਗਤ ਜੀ, ਕਿੰਨੀ ਸਮਝ ਦਿੰਦਾ ਕਿ ਹੇ ਇਨਸਾਨ ਤੂੰ ਸਮਝ ਵੇਖ, ਦਾਤਾ ਪਰਮੇਸ਼ਰ ਹੈ। ਬਾਕੀ ਸਾਰਾ ਜਗ ਭਿਖਾਰੀ ਹੈ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਕਿ ਜਗ ਵਿੱਚ ਵੀ ਕੋਈ ਦਾਤਾ ਹੈ? ਨਹੀਂ। ਜਗ ਵਿੱਚ ਇੱਕ ਦੂਸਰੇ ਦੀ ਕੋਈ ਮਦਦ ਕਰ ਸਕਦਾ ਹੈ ਥੋੜੀ ਬਹੁਤੀ, ਤੇ ਉਹ ਵੀ ਮਦਦ ਕਰਨ ਵਾਲਾ ਵੀ ਵਾਹਿਗੁਰੂ ਦੇ ਦਿੱਤੇ ਵਿੱਚੋਂ ਹੀ ਕਿਸੇ ਦੀ ਮਦਦ ਕਰ ਸਕਦਾ। ਮਦਦਗਾਰ ਹੈ, ਦਾਤਾ ਕੋਈ ਨਹੀਂ ਹੈ। ਪਰਮੇਸ਼ਰ ਦੇ ਦਰ ਘਰ ਦਾ ਤੇ ਹਰ ਕੋਈ ਮੰਗਤਾ ਹੀ ਹੈ, ਹਰ ਕੋਈ ਭਿਖਾਰੀ ਹੈ। ਭਾਵੇਂ ਦੁਨੀਆ ਦੇ ਨਜ਼ਰ ਦੇ ਵਿੱਚ ਕੋਈ ਦਾਨੀ ਹੈ, ਕੋਈ ਰਾਜਾ ਹੈ, ਕੋਈ ਵੱਡਾ ਅਹੁਦੇਦਾਰ ਹੈ, ਪਰ ਰੱਬ ਦੇ ਘਰ ਦੇ ਸਾਰੇ ਮੰਗਤੇ ਆ। ਪਰਮੇਸ਼ਰ ਦੇ ਘਰ ਦੇ ਭਿਖਾਰੀ ਆ ਸਾਰੇ। ਗੁਰੂ ਸਾਹਿਬ ਨੇ ਆਖਿਆ ਜਗ ਦਾਤਾ ਸੋਏ। ਜਗ ਦੇ ਵਿੱਚ ਦਾਤਾ ਇੱਕੋ ਇੱਕ ਪਰਮੇਸ਼ਰ ਹੈ, ਬਾਕੀ ਜਗਤ ਸਾਰਾ ਭਿਖਾਰੀ ਹੈ। ਭਾਵੇਂ ਕੋਈ ਰਾਜਾ ਹੈ ਤੇ ਭਾਵੇਂ ਕੋਈ ਰਾਣਾ ਹੈ, ਸਾਰੇ ਭਿਖਾਰੀ ਹੈ ਵਾਹਿਗੁਰੂ ਦੇ ਦਰ ਦੇ। ਇਸ ਕਰਕੇ ਮਹਾਰਾਜ ਕਹਿੰਦੇ ਤੂੰ ਦਾਤੇ ਨਾਲ ਜੁੜ, ਤੂੰ ਭਿਖਾਰੀਆਂ ਨਾਲ ਕਿਉਂ ਜੁੜਨਾ ਹੈ? ਜਿਹੜੇ ਆਪ ਭਿਖਾਰੀ ਆ, ਤੂੰ ਭਿਖਾਰੀਆਂ ਦੇ ਕੋਲੋਂ ਕਿਉਂ ਮੰਗਣਾ? ਤੂੰ ਦਾਤੇ ਕੋਲੋਂ ਮੰਗ। ਜਦੋਂ ਦਾਤੇ ਦਾ ਜ਼ਿਕਰ ਕੀਤਾ ਤੇ ਮਹਾਰਾਜ ਕਹਿੰਦੇ ਵੀ ਦੁਨੀਆ ਦੇ ਜਿਹੜੇ ਆਪਣੇ ਆਪ ਨੂੰ ਦਾਤੇ ਖਵਾਉਣ ਵਾਲੇ ਹਨ, ਉਹ ਦੇ ਕੇ ਜਣਾਉਂਦੇ ਆ, ਅਸਲ ਚੋਂ ਦਾਤੇ ਹੈ ਨਹੀਂ।
ਪਰ ਦਾਤੇ ਹੋਣ ਦਾ ਦਾਅਵਾ ਕਰਦੇ ਆ ਵੀ ਅਸੀਂ ਵੀ ਦਾਨੀ ਆ, ਅਸੀਂ ਵੀ ਦਾਨ ਕਰਨ ਵਾਲੇ ਆ। ਮਹਾਰਾਜ ਕਹਿੰਦੇ ਉਹ ਤਾਂ ਵਾਹਿਗੁਰੂ ਦੇ ਦਿੱਤੇ ਵਿੱਚੋਂ ਕੁਝ ਅੱਗੇ ਵੰਡਦੇ ਆ ਤੇ ਨਾਮ ਆਪਣਾ ਕਰਦੇ ਆ, ਪਰ ਦੇ ਕੇ ਜਣਾਉਂਦੇ ਆ ਵੀ ਮੈਂ ਤੈਨੂੰ ਦਿੱਤਾ। ਤੇ ਪਰਮੇਸ਼ਰ ਦਾਤਾ ਐਸਾ ਹੈ, ਉਹ ਦੇ ਹੀ ਵੀ ਜਾਂਦਾ ਪਰ ਜਣਾਉਂਦਾ ਵੀ ਨਹੀਂ ਵੀ ਮੈਂ ਦਿੱਤਾ। ਦਿੰਦਾ ਵੀ ਹੈ ਤੇ ਜਣਾਉਂਦਾ ਵੀ ਨਹੀਂ ਹੈ। ਉਹ ਅਹਿਸਾਨ ਕੋਈ ਨਹੀਂ ਕਰਦਾ, ਉਹ ਜਣਾਉਂਦਾ ਨਹੀਂ ਹੈ। ਫਿਰ ਦੁਨੀਆ ਦਾ ਕੋਈ ਦੇਣ ਵਾਲਾ ਜਿਹੜਾ ਉਹ ਦੇ ਕਰਕੇ ਕੁਝ ਇੱਛਾ ਰੱਖਦਾ ਵੀ ਇਹਨੂੰ ਮੈਂ ਦਿੱਤਾ ਹੈ ਕੁਝ ਤੇ ਇਹਦੇ ਤੋਂ ਕੁਝ ਨਾ ਕੁਝ ਮੈਨੂੰ ਵੀ ਆਸ ਹੈ ਵੀ ਇਹ ਮੇਰਾ ਕੰਮ ਕਰੇਗਾ, ਮੈਨੂੰ ਦੇਵੇਗਾ। ਪਰ ਪਰਮੇਸ਼ਰ ਨੂੰ ਕੋਈ ਬਦਲੇ ਵਿੱਚ ਕੋਈ ਤਮਾ ਨਹੀਂ ਹੈ। ਵੱਡਾ ਦਾਤਾ ਤਿਲ ਨਾ ਤਮਾਏ, ਤਿਲ ਜਿੰਨਾ ਵੀ ਤਮਾ ਨਹੀਂ ਵੱਡੇ ਦਾਤੇ ਨੂੰ ਵੀ ਕੋਈ ਬਦਲੇ ਵਿੱਚ ਵਾਪਸ ਕੁਝ ਦੇਵੇ। ਇਸੇ ਕਰਕੇ ਪ੍ਰਭੂ ਨੂੰ ਦਾਤਾ ਆਖਿਆ। ਫਿਰ ਦਾਤਾ ਆਖਦੇ ਹੋਏ ਮਹਾਰਾਜ ਨੇ ਆਖਿਆ ਉਹ ਨਿਜ ਪਤ ਦਾਤਾ ਹੈ। ਨਿਜ ਪਤ ਦਾ ਭਾਵ ਹੈ ਵੀ ਉਹ ਅੱਗੋਂ ਹੋਰ ਕਿਸੇ ਕੋਲੋਂ ਦਾਤਾਂ ਲੈ ਕੇ ਨਹੀਂ ਦਿੰਦਾ, ਉਹ ਆਪਣੇ ਕੋਲੋਂ ਦਿੰਦਾ। ਖੁਦ ਮਾਲਕ ਹੈ ਸਾਰੀਆਂ ਦਾਤਾਂ ਦਾ, ਆਪ ਮਾਲਕ ਹੈ ਸਾਰੀਆਂ ਦਾਤਾਂ ਦਾ। ਗਰੀਬ ਨਵਾਜ ਸਾਹਿਬ ਨੇ ਆਖਿਆ ਨਾ, ਹਮ ਭੀਖ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਨਿਜ ਪਤ ਆਪ ਮਾਲਕ ਹੈ, ਆਪ ਪਤੀ ਹੈ ਦਾਤਾਂ ਦਾ, ਆਪ ਮਾਲਕ ਹੈ, ਸੁਆਮੀ ਹੈ, ਖੁਦ ਮੁਖਤਿਆਰ ਹੈ, ਆਪ ਦਾਤਾ ਦੇਣ ਵਾਲਾ। ਐਸਾ ਦਾਤਾ ਪਰਮੇਸ਼ਰ ਹੈ। ਫਿਰ ਸਾਧ ਸੰਗਤ ਜੀ, ਜੀਵਾਂ ਦੇ ਔਗਣ ਵੀ ਵੇਖਦਾ, ਗਲਤੀਆਂ ਵੀ ਵੇਖਦਾ, ਗੁਨਾਹ ਐਬ ਵੀ ਵੇਖਦਾ ਹੈ, ਪਰ ਫਿਰ ਵੀ ਦਾਤਾਂ ਦਿੰਦਾ। ਫਿਰ ਵੀ ਖਾਣ ਵਾਸਤੇ, ਪੀਣ ਵਾਸਤੇ, ਪਹਿਨਣ ਵਾਸਤੇ ਸਭ ਕੁਝ ਦਿੰਦਾ। ਇਸ ਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੀ ਰਸਨਾ ਤੋਂ ਇਸ ਤਰ੍ਹਾਂ ਆਖਿਆ। ਮਹਾਰਾਜ ਕਹਿੰਦੇ ਉਹ ਸਾਰਿਆਂ ਨੂੰ ਹੀ ਦਿੰਦਾ। ਦੀਨਨ ਕੀ ਪ੍ਰਤਿਪਾਲ ਕਰੈ ਨਿਤ, ਸੰਤੇ ਉਬਾਰਕ ਨੀਮਨ ਗਾਰੈ, ਪਸ਼ ਪਸ਼ੂ ਨਗ ਨਾਗ ਨਰਾਧਿਪ, ਸਰਬ ਸਮੈ ਸਭ ਕੋ ਪ੍ਰਤਿਪਾਰੈ, ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕਲ ਕੇ ਨਹੀਂ ਕਰਮ ਵਿਚਾਰੈ, ਦੀਨ ਦਇਆਲ ਦਇਆ ਨਿਤ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ। ਉਹ ਦਾਤਾ ਐਸਾ ਹੈ, ਗਰੀਬਾਂ ਤੇ ਦਿਆਲਤਾ ਕਰਨ ਵਾਲਾ, ਦੁਖੀਆਂ ਤੇ ਦਇਆ ਕਰਨ ਵਾਲਾ, ਤੇ ਦਇਆ ਦਾ ਸਮੁੰਦਰ ਹੈ, ਦਇਆ ਦਾ ਖਜ਼ਾਨਾ ਹੈ। ਜੀਵਾਂ ਦੇ ਔਗਣ ਵੀ ਵੇਖਦਾ ਹੈ, ਦੋਸ਼ਾਂ ਨੂੰ ਵੀ ਤੱਕਦਾ ਹੈ, ਦੋਖਣ ਦੇਖਤ ਹੈ ਪਰ ਦੇਤ ਨਾ ਹਾਰੈ। ਪਰ ਦਾਤਾਂ ਦੇਣ ਵੱਲੋਂ ਹਾਰਦਾ ਨਹੀਂ। ਹਰੇਕ ਦੇ ਗੁਨਾਹ ਨੂੰ ਜਾਣਦਾ ਹੈ, ਹਰੇਕ ਦੇ ਐਬਾਂ ਨੂੰ ਜਾਣਦਾ ਹੈ, ਦੋਸ਼ਾਂ ਨੂੰ ਜਾਣਦਾ ਹੈ। ਕਿਉਂਕਿ ਬੰਦਾ ਬੰਦੇ ਤੋਂ ਤਾਂ ਕੁਝ ਲੁਕਾ ਸਕਦਾ ਵਾ, ਪ੍ਰਮਾਤਮਾ ਤੋਂ ਕੀ ਲੁਕਾਵੇਗਾ, ਪ੍ਰਭੂ ਤੋਂ ਕੀ ਲੁਕਾਵੇਗਾ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਉਹ ਸਾਰਿਆਂ ਦੇ ਗੁਨਾਹਾਂ ਨੂੰ ਵੇਖਦਾ ਵਾ, ਪਰ ਫਿਰ ਵੀ ਉਹ ਗੁੱਸੇ ਵਿੱਚ ਆ ਕਰਕੇ ਜੀਵਾਂ ਦੀ ਰੋਜੀ ਨਹੀਂ ਬੰਦ ਕਰਦਾ। ਇਸੇ ਕਰਕੇ ਉਹਨੂੰ ਰਾਜਕ ਆਖਿਆ ਹੈ, ਇਸੇ ਕਰਕੇ ਉਸ ਨੂੰ ਦਾਤਾ ਆਖਿਆ। ਉਹ ਐਸਾ ਦਿਆਲੂ ਹੈ, ਦਿਆਲੂ ਹਿਰਦੇ ਵਾਲਾ ਹੈ। ਸਾਰਿਆਂ ਦੀਆਂ ਗਲਤੀਆਂ ਵੇਖਦਾ ਹੋਇਆ, ਗੁਨਾਹ ਵੇਖਦਾ ਹੋਇਆ, ਐਬ ਵੇਖਦਾ ਹੋਇਆ, ਫਿਰ ਵੀ ਕਹਿੰਦਾ ਤੈਨੂੰ ਗਲਤੀਆਂ ਦਾ ਹਿਸਾਬ ਕਿਤਾਬ ਬਾਅਦ ਵਿੱਚ ਹੋਵੇਗਾ, ਪਰ ਤੈਨੂੰ ਖਾਣ ਵਾਸਤੇ ਤਾਂ ਦੇਣਾ, ਤੈਨੂੰ ਪੀਣ ਵਾਸਤੇ ਤਾਂ ਦੇਣਾ, ਰੋਜੀ ਰੋਟੀ ਤਾਂ ਤੈਨੂੰ ਦੇਣੀ ਆ। ਮਹਾਰਾਜ ਸਾਹਿਬ ਕਹਿੰਦੇ ਦੀਨ ਦਇਆਲ ਦਇਆ ਨਿਤ, ਦੋਖਣ ਦੇਖਤ ਹੈ ਪਰ ਦੇਤ ਨਾ ਹਾਰੈ। ਰੋਜੀ ਰੋਟੀ ਦੇਣ ਵੱਲੋਂ ਨਹੀਂ ਹਾਰਦਾ, ਪਿੱਛੇ ਨਹੀਂ ਹਟਦਾ, ਸਾਰਿਆਂ ਦੇ ਗੁਨਾਹ ਵੀ ਵੇਖਦਾ। ਬੰਦਾ ਬੰਦੇ ਦੀਆਂ ਗਲਤੀਆਂ ਵੇਖ ਲਵੇ ਤੇ ਉਹਨੂੰ ਬੁਲਾਉਂਦਾ ਤੱਕ ਨਹੀਂ। ਹੁਣ ਜੇ ਦਾਤਾ ਕਈ ਵਾਰੀ ਆਪਣੇ ਆਪ ਨੂੰ ਕਹਾਉਣ ਲੱਗ ਪੈਂਦਾ, ਇਹ ਕਿਸੇ ਦੇ ਐਬ ਤੱਕ ਲਵੇ ਤਾਂ ਉਹਦੀ ਰੋਟੀ ਬੰਦ ਕਰ ਦੇਵੇਗਾ। ਜਿੱਥੋਂ ਤੀਕ ਇਹਦਾ ਜ਼ੋਰ ਚੱਲਦਾ ਵੀ ਆਹ ਬੰਦੇ ਵਿੱਚ ਇੰਨੀਆਂ ਗਲਤੀਆਂ, ਇਹਨੂੰ ਨਹੀਂ ਲੰਗਰ ਵਿੱਚ ਬੈਠਣ ਦੇਣਾ, ਇਹ ਬੰਦ ਕਰ ਸਕਦਾ ਉਸ ਦੀ ਰੋਜੀ ਰੋਟੀ। ਜਿੱਥੋਂ ਤੀਕ ਇਸ ਦਾ ਜ਼ੋਰ ਚੱਲਦਾ,
ਪਰ ਪਰਮੇਸ਼ਰ ਵਾਹਿਗੁਰੂ ਐਡਾ ਦਿਆਲੂ ਕਿਰਪਾਲੂ ਹੈ, ਸਭ ਦੀਆਂ ਗਲਤੀਆਂ ਵੇਖਦਾ, ਸਭ ਦੇ ਐਬ ਵੇਖਦਾ, ਪਰ ਸਭ ਨੂੰ ਖਾਣ ਪੀਣ ਵਾਸਤੇ ਦਿੰਦਾ। ਇਸੇ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਕਿ ਉਹ ਵੱਡਾ ਦਾਤਾ ਹੈ, ਸਭ ਦੇ ਗੁਨਾਹ ਵੇਖਦਾ, ਸਭ ਦੇ ਔਗਣ ਵੇਖਦਾ। ਇਹਦਾ ਭਾਵ ਇਹ ਨਹੀਂ ਕਿ ਗੁਨਾਹ ਦੀ ਸਜ਼ਾ ਨਹੀਂ ਇਹਨੂੰ ਮਿਲੇਗੀ, ਔਗੁਣਾਂ ਦੀ ਸਜ਼ਾ ਨਹੀਂ ਮਿਲੇਗੀ, ਪਰ ਉਹ ਦਿਆਲੂ ਕਿਰਪਾਲੂ ਰੋਜੀ ਰੋਟੀ ਨਹੀਂ ਕਿਸੇ ਦੀ ਬੰਦ ਕਰਦਾ, ਸਾਰਿਆਂ ਦੀ ਪਾਲਣਾ ਕਰਦਾ। ਇਸੇ ਕਰਕੇ ਪ੍ਰਮਾਤਮਾ ਨੂੰ ਪਰਵਤਗਾਰ ਆਖਿਆ ਹੈ। ਇਹ ਜਿਹੜੇ ਕੁਝ ਅੱਖਰ ਹੈ ਨਾ ਸਾਧ ਸੰਗਤ ਜੀ, ਇਹ ਸਿਰਫ ਪ੍ਰਮਾਤਮਾ ਵਾਸਤੇ ਹੀ ਵਰਤੇ ਜਾ ਸਕਦੇ ਆ, ਇਹ ਭਗਵਾਨ ਵਾਸਤੇ ਹੀ ਵਰਤੇ ਜਾ ਸਕਦੇ ਆ, ਇਹ ਇਨਸਾਨ ਵਾਸਤੇ ਨਹੀਂ ਵਰਤੇ ਜਾ ਸਕਦੇ। ਕਈ ਵਾਰੀ ਕਈ ਲੋਕਾਂ ਨੇ ਇਹ ਦੁਨੀਆ ਦੇ ਰਾਜਿਆਂ ਵਾਸਤੇ ਜਾਂ ਬਾਦਸ਼ਾਹਾਂ ਵਾਸਤੇ ਇਹ ਅੱਖਰ ਵਰਤੇ। ਜਿਵੇਂ ਔਰੰਗਜ਼ੇਬ ਬਾਦਸ਼ਾਹ ਹੋਇਆ, ਜਿਵੇਂ ਸ਼ਾਹਜਹਾਨ ਬਾਦਸ਼ਾਹ ਹੋਇਆ, ਜਾਂ ਹੋਰ ਬਾਦਸ਼ਾਹ ਲੋਕ ਹੋਏ, ਉਹਨਾਂ ਨੂੰ ਵੀ ਕਈ ਵਾਰੀ ਕਈ ਲੋਕਾਂ ਨੇ ਉਹਨਾਂ ਦੀ ਖੁਸ਼ਾਮਦੀ ਦੇ ਵਿੱਚ ਉਹਨਾਂ ਨੂੰ ਪਾਲਣਹਾਰ ਆਖਿਆ, ਉਹਨਾਂ ਨੂੰ ਪਰਵਤਗਾਰ ਆਖਿਆ, ਉਹਨਾਂ ਨੂੰ ਦਾਤੇ ਆਖਿਆ, ਕਈਆਂ ਐਸੇ ਅੱਖਰਾਂ ਦੇ ਨਾਲ ਸੰਬੋਧਨ ਕੀਤਾ। ਪਰ ਜਿਸ ਵੇਲੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੀਨੇ ਨਗਰ ਵਿੱਚ ਬੈਠਿਆ ਹੋਏ ਆ, ਜੋ ਦੀਨਾ ਤੇ ਕਾਂਗੜ ਦੋ ਪਿੰਡ ਹੈ, ਉਂਝ ਸਿੱਧਾ ਕਿਹਾ ਜਾਂਦਾ ਦੀਨੇ ਕਾਂਗੜ। ਦੀਨੇ ਨਗਰ ਵਿੱਚ ਮਹਾਰਾਜ ਸਾਹਿਬ ਜੀ ਨੇ ਜਫਰਨਾਮਾ ਲਿਖਿਆ, ਫਤਿਹ ਦੀ ਚਿੱਠੀ, ਜਿੱਤ ਦੀ ਚਿੱਠੀ ਔਰੰਗਜ਼ੇਬ ਨੂੰ ਲਿਖ ਕੇ ਭੇਜੀ। ਚਿੱਠੀ ਔਰੰਗਜ਼ੇਬ ਨੂੰ ਭੇਜਦੇ ਆ ਤੇ ਆਰੰਭ ਵਿੱਚ ਉਸਤਤੀ ਅਕਾਲ ਪੁਰਖ ਦੀ ਕਰਦੇ ਆ, ਵਾਹਿਗੁਰੂ ਦੀ ਕਰਦੇ। ਮਹਾਰਾਜ ਸਾਹਿਬ ਜੀ ਨੇ ਆਰੰਭ ਵਿੱਚ ਲਿਖਿਆ ਨਾ, ਕਮਾਲੇ ਕਰਾਮਾਤ ਕਾਇਮ ਕਰੀਮ। ਆਰੰਭ ਦੇ ਵਿੱਚ ਗਰੀਬ ਨਵਾਜ ਸਾਹਿਬ ਜੀ ਨੇ ਆਖਿਆ ਵੀ ਸਭ ਦੀ ਪਾਲਣਾ ਕਰਨ ਵਾਲਾ ਉਹ ਪਰਮੇਸ਼ਰ ਵਾਹਿਗੁਰੂ ਆ, ਕਰਾਮਾਤਾਂ ਦਾ ਮਾਲਕ ਉਹ ਸੁਆਮੀ ਪਰਮੇਸ਼ਰ ਹੈ, ਵਾਹਿਗੁਰੂ ਹੈ। ਉਹ ਕਿਰਪਾ ਕਰਨ ਵਾਲਾ, ਰਹਿਮਤ ਕਰਨ ਵਾਲਾ, ਤਰਸ ਕਰਨ ਵਾਲਾ। ਸਤਿਗੁਰਾਂ ਨੇ ਔਰੰਗਜ਼ੇਬ ਨੂੰ ਜਫਰਨਾਮੇ ਦੇ ਵਿੱਚ ਆਰੰਭ ਵਿੱਚ ਦੱਸ ਦਿੱਤਾ ਵੀ ਸਭ ਸੰਸਾਰ ਦਾ ਪਰਵਤਗਾਰ ਤੇ ਪਾਲਣਾ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ ਹੈ। ਇਸ ਕਰਕੇ ਉਸ ਅਕਾਲ ਪੁਰਖ ਨੂੰ ਸਾਧ ਸੰਗਤ ਜੀ ਪਰਵਤਗਾਰ ਕਿਹਾ ਜਾਂਦਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਪਰਵਤਗਾਰ ਪਦ ਵੀ ਕਈ ਵਾਰੀ ਆਇਆ, ਰਾਜਕ ਵੀ ਕਈ ਵਾਰੀ ਆਇਆ, ਕਿ ਰੋਜੀ ਦੇਹੰਦ ਹੈ, ਕਿ ਰਾਜਕ ਰਹਿੰਦ ਹੈ। ਇਹ ਜਾਪ ਸਾਹਿਬ ਚ ਆਪਾਂ ਪੜ੍ਹਦੇ ਹਾਂ ਕਿ ਪਰਮੇਸ਼ਰ ਵਾਹਿਗੁਰੂ ਸਾਰੇ ਜੀਵਾਂ ਨੂੰ ਰੋਜੀ ਦੇਣ ਵਾਲਾ ਹੈ। ਤਾਂ ਇਹ ਜਿਹੜੇ ਅੱਖਰ ਹਨ, ਪਰਵਤਗਾਰ ਜਾਂ ਦਾਤਾ ਜਾਂ ਰਾਜਕ, ਇਹ ਇੱਕੋ ਇੱਕ ਵਾਹਿਗੁਰੂ ਨਾਲ ਹੀ ਵਰਤੇ ਜਾ ਸਕਦੇ। ਸਾਧ ਸੰਗਤ, ਇਹ ਦੁਨੀਆ ਦੇ ਕਿਸੇ ਇਨਸਾਨ ਦੇ ਨਾਲ ਇਹ ਅੱਖਰ ਨਹੀਂ ਵਰਤੇ ਜਾ ਸਕਦੇ। ਪਰਮੇਸ਼ਰ ਵਾਹਿਗੁਰੂ ਇਹ ਸਾਰੇ ਸੰਸਾਰ ਦੀ ਪਾਲਣਾ ਕਰਨ ਵਾਲਾ ਹੈ, ਸਾਰਿਆਂ ਨੂੰ ਰੋਜੀ ਉਹੀ ਦੇਣ ਵਾਲਾ ਹੈ। ਉਹਦੇ ਤੋਂ ਬਿਨਾ ਕੋਈ ਦੂਜਾ ਨਹੀਂ ਇਹ ਕੰਮ ਕਰ ਸਕਦਾ। ਜਿੱਥੇ ਆਪਾਂ ਬਾਣੀ ਦੇ ਅੰਦਰ ਇਹ ਬਚਨ ਪੜ੍ਹਦੇ, ਉੱਥੇ ਮਹਾਰਾਜ ਨੇ ਵੀ ਆਖਿਆ ਵੀ ਅਵਤਾਰ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਕੁਝ ਵਿਸ਼ੇਸ਼ ਗੁਣ ਦੇ ਕਰਕੇ ਭੇਜਿਆ, ਕੁਝ ਕਲਾ ਸ਼ਕਤੀਆਂ ਦੇ ਕੇ ਭੇਜਿਆ। ਆਮ ਸੰਸਾਰੀ ਬੰਦਿਆਂ ਨਾਲੋਂ ਤੇ ਬਹੁਤ ਦਰਜੇ ਉੱਚੇ ਹੋਏ ਨਾ ਅਵਤਾਰ। ਜਿਹੜੇ ਅਵਤਾਰ ਹੋਏ ਆ, ਕੋਈ 14 ਕਲਾ, ਕੋਈ 16 ਕਲਾ, 10 ਪਾਤਸ਼ਾਹੀਆਂ ਤੇ ਹੈ ਹੀ ਪਰਮੇਸ਼ਰ ਦਾ ਪ੍ਰਤੱਖ ਸਰੂਪ। ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਗੁਰੂ ਗ੍ਰੰਥ ਸਾਹਿਬ, ਸਤਿਗੁਰੂ ਤਾਂ ਹੈ ਹੀ ਉਹ ਨਿਰਗੁਣ ਦਾ ਸਰਗੁਣ ਸਰੂਪ, ਪਰਮੇਸ਼ਰ ਦਾ ਹੀ ਪ੍ਰਤੱਖ ਸਰੂਪ। ਪਰ ਵਾਹਿਗੁਰੂ ਪਰਮੇਸ਼ਰ ਨੇ ਕੋਈ 14 ਕਲਾ ਵਾਲਾ ਅਵਤਾਰ ਭੇਜਿਆ, ਕੋਈ 16 ਕਲਾ ਵਾਲਾ ਅਵਤਾਰ ਭੇਜਿਆ, ਕਿਸੇ ਨੂੰ 6 ਕਲਾ ਦੇ ਕੇ ਭੇਜਿਆ ਸ਼ਕਤੀਆਂ। ਵੱਖ-ਵੱਖ ਪੀਰ ਭੇਜੇ, ਪੈਗੰਬਰ ਭੇਜੇ ਸੰਸਾਰ ਦੇ ਵਿੱਚ। ਪਰ ਜੋ ਕੰਮ ਪਰਮੇਸ਼ਰ ਵਾਹਿਗੁਰੂ ਜੀ ਕਰ ਸਕਦੇ ਆ, ਉਹ ਅਵਤਾਰ ਵੀ ਨਹੀਂ ਕਰ ਸਕਦੇ। ਬਾਣੀ ਦੇ ਵਿੱਚ ਬਚਨ ਲਿਖਿਆ ਵਾ, ਗੁਰੂ ਸਾਹਿਬਾਂ ਨੇ ਮਹਾਰਾਜ ਕਹਿੰਦੇ ਅਵਤਾਰ ਨਾ ਜਾਣਹਿ ਅੰਤ। ਪਰਮੇਸ਼ਰ ਦੇ ਭੇਜੇ ਹੋਏ ਅਵਤਾਰ, ਉਹਨਾਂ ਨੂੰ ਕੁਝ ਕਲਾ ਦੇ ਕੇ ਭੇਜੀਆਂ, ਹੈ ਉਹ ਮਹਾਨ। ਉਹਨਾਂ ਨੂੰ ਵਿਸ਼ੇਸ਼ ਗੁਣ ਦੇ ਕੇ ਭੇਜਿਆ ਵਾ ਪਰਮੇਸ਼ਰ ਨੇ, ਆਮ ਸੰਸਾਰੀ ਜੀਵਾਂ ਵਰਗੇ ਨਹੀਂ।
ਉਹਨਾਂ ਦੀ ਪੂਜਾ ਹੋਈ ਸੰਸਾਰ ਵਿੱਚ ਤੇ ਹੁੰਦੀ ਵੀ ਹੈ। ਪਰਮੇਸ਼ਰ ਦੇ ਭੇਜੇ ਹੋਏ ਉਹ ਆਏ ਆ, ਪਰ ਸਤਿਗੁਰੂ ਕਹਿੰਦੇ ਪਰਮੇਸ਼ਰ ਉਹਨਾਂ ਤੋਂ ਵੀ ਬੇਅੰਤ ਹੈ। ਪਰਮੇਸ਼ਰ ਅੱਗੇ ਉਹ ਵੀ ਨਮਸਕਾਰਾਂ ਕਰਦੇ ਆ। ਅਵਤਾਰ ਨਾ ਜਾਣਹਿ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਮੂਸੇ ਪੈਗੰਬਰ ਦਾ ਜ਼ਿਕਰ ਆਉਂਦਾ, ਉਹਨੇ ਬੇਨਤੀ ਕੀਤੀ ਵੀ ਖੁਦਾ ਤੂੰ ਸੰਸਾਰ ਦੀ ਪਾਲਣਾ ਕਰਦਾ, ਸੰਸਾਰ ਦੀ ਪੈਦਾਇਸ਼ ਕਰਦਾ, ਸੰਸਾਰ ਨੂੰ ਪੈਦਾ ਕਰਦਾ, ਫਿਰ ਸੰਸਾਰ ਦੀ ਪਾਲਣਾ ਕਰਦਾ, ਫਿਰ ਸੰਸਾਰ ਦਾ ਖਾਤਮਾ ਕਰਦਾ, ਤੇ ਕੋਈ ਨਾ ਕੋਈ ਕੰਮ ਮੈਨੂੰ ਵੀ ਦੇ। ਤੇ ਖੁਦਾ ਨੇ ਆਖਿਆ ਕਿ ਪੈਗੰਬਰ ਤੈਨੂੰ ਕੰਮ ਦਿੱਤਾ ਹੋਇਆ ਵੀ ਮੇਰੀ ਜਿਹੜੀ ਆਵਾਜ਼ ਹੈ ਸੰਸਾਰ ਤੀਕ ਪਹੁੰਚਾ। ਪੈਗੰਬਰ ਦਾ ਅਰਥ ਇਹ ਹੈ ਸਾਧ ਸੰਗਤ ਜੀ, ਪੈਗਾਮ ਜੋ ਪਰਮੇਸ਼ਰ ਦੀ ਆਗਿਆ ਹੈ, ਪਰਮੇਸ਼ਰ ਦਾ ਹੁਕਮ ਹੈ, ਉਹਨੂੰ ਪੈਗਾਮ ਆਖਿਆ ਹੈ। ਅੰਬਰ ਨਾਮ ਆਕਾਸ਼ ਨੂੰ ਕਹਿ ਦਿੰਦੇ, ਜਿਹੜੀ ਆਕਾਸ਼ ਤੋਂ ਆਇਆ ਪੈਗਾਮ, ਉਹ ਪਰਮੇਸ਼ਰ ਵੱਲੋਂ ਆਇਆ ਹੋਇਆ ਪੈਗਾਮ, ਉਹਨੂੰ ਅੱਗੇ ਸੰਸਾਰ ਦੇ ਵਿੱਚ ਸੁਣਾਉਣਾ। ਉਹ ਜਿਹੜਾ ਸੁਣਾਉਂਦਾ ਹੈ ਉਹਨੂੰ ਆਖਿਆ ਪੈਗੰਬਰ। ਆਖਿਆ ਤੈਨੂੰ ਇਹ ਕੰਮ ਦਿੱਤਾ ਹੋਇਆ, ਤੂੰ ਮੇਰਾ ਹੁਕਮ, ਮੇਰੀ ਆਵਾਜ਼ ਸੰਸਾਰ ਤੀਕ ਪਹੁੰਚਾ। ਆਖਿਆ ਨਹੀਂ, ਇਹ ਕੰਮ ਤਾਂ ਮੈਂ ਕਰਦਾ ਹੀ ਹਾਂ, ਪਰ ਤਿੰਨਾਂ ਕੰਮਾਂ ਚੋਂ ਮੈਨੂੰ ਕੋਈ ਇੱਕ ਦੇ। ਕਿ ਸੰਸਾਰ ਨੂੰ ਪੈਦਾ ਕਰਨ ਵਾਲਾ ਕੰਮ ਤੇਰੇ ਕੋਲੇ ਹੈ, ਸੰਸਾਰ ਦੀ ਪਾਲਣਾ ਕਰਨ ਵਾਲਾ ਕਾਰਜ ਤੇਰੇ ਕੋਲੇ ਹੈ, ਸੰਸਾਰ ਨੂੰ ਖਤਮ ਕਰਨ ਵਾਲਾ ਕਾਰਜ ਵੀ ਤੇਰੇ ਕੋਲੇ ਹੈ। ਇਹਨਾਂ ਤਿੰਨਾਂ ਗੁਣਾਂ ਵਿੱਚੋਂ ਇੱਕ ਕੋਈ ਮੈਨੂੰ ਦੇਣਾ, ਇੱਕ ਕੰਮ ਆਪਣਾ। ਤੇ ਖੁਦਾ ਨੇ ਆਖਿਆ ਨਹੀਂ ਮੂਸੇ ਪੈਗੰਬਰ, ਇਹ ਕਾਰਜ ਤੇਰੇ ਤੋਂ ਹੋਣਾ ਨਹੀਂ। ਉਹਨੇ ਆਖਿਆ ਇੱਕ ਦੇ ਮੈਨੂੰ। ਕਹਿਣ ਲੱਗੇ ਪਹਿਲਾਂ ਤੈਨੂੰ ਥੋੜਾ ਜਿਹਾ ਦੇਨੇ ਆ, ਜੇ ਤੂੰ ਇਹ ਪੂਰਾ ਚੰਗੀ ਤਰ੍ਹਾਂ ਕਰ ਲਿਆ ਫਿਰ ਤੇਰਾ ਵਧਾ ਦਾਂਗੇ ਕਾਰਜ। ਪਹਿਲਾਂ ਤੈਨੂੰ ਇੱਕ ਨਗਰ ਦੇਣੇ, ਇੱਕ ਨਗਰ ਨੂੰ ਤੂੰ ਰੋਜੀ ਰੋਟੀ ਦੇਣੀ, ਇੱਕ ਨਗਰ। ਜੇ ਇਹਦੇ ਵਿੱਚ ਸਫਲ ਹੋ ਗਿਆ, ਆਪਾਂ ਵਿਚਾਰ ਕਰ ਰਹੇ ਆ ਵੀ ਜੱਗ ਵਿੱਚ ਦਾਤਾ ਇੱਕ ਹੀ ਆਖ ਰਹੇ ਆ ਗੁਰੂ ਸਾਹਿਬ ਵੀ ਇੱਕ ਵਾਹਿਗੁਰੂ ਤੋਂ ਬਿਨਾਂ ਦੂਜਾ ਦਾਤਾ ਕੋਈ ਨਹੀਂ ਸੰਸਾਰ ਦੇ ਵਿੱਚ। ਆਖਿਆ ਮੂਸੇ ਪੈਗੰਬਰ ਨੂੰ ਵੀ ਇੱਕ ਪਿੰਡ ਵਿੱਚ ਪਹਿਲਾਂ ਤੂੰ ਰੋਜੀ ਰੋਟੀ ਦੇ, ਇੱਕ ਪਿੰਡ ਵਾਲਿਆਂ ਨੂੰ। ਜੇ ਇੱਕ ਪਿੰਡ ਵਾਲਿਆਂ ਨੂੰ ਦੇਣ 'ਚ ਸਫਲ ਹੋ ਗਿਆ ਤੇ ਫਿਰ ਤੁਹਾਨੂੰ ਵਾਅਦਾ ਕਰ ਦਾਂਗੇ ਤੁਹਾਡੇ ਕਾਰਜ ਵਿੱਚ, ਜਿਹਨੂੰ ਅੱਜ ਕੱਲ੍ਹ ਦੀ ਬੋਲੀ 'ਚ ਲੋਕ ਕਹਿੰਦੇ ਪਰਮਿਸ਼ਨ ਕਰ ਦਾਂਗੇ, ਵੀ ਫਿਰ ਵਧਾ ਦਾਂਗੇ, ਅੱਗੇ ਕਰ ਦਾਂਗੇ। ਜਦੋਂ ਇੱਕ ਪਿੰਡ ਨੂੰ ਦੇਣ ਲੱਗੇ, ਸਾਰਿਆਂ ਨੂੰ ਦਿੱਤੀ ਹੈ ਖਾਣ ਪੀਣ ਵਾਸਤੇ ਰੋਜੀ ਰੋਟੀ, ਤੇ ਦੋਵਾਂ ਜਾਣਿਆਂ ਨੂੰ ਨਹੀਂ ਦਿੱਤੀ। ਉਹਨਾਂ ਦੇ ਔਗਣ ਵੇਖੇ, ਉਹਨਾਂ ਦੇ ਵਿੱਚ ਐਬ ਵੇਖੇ। ਆਖਿਆ ਵੀ ਇਹ ਤਾਂ ਐਬੀ ਬੰਦੇ ਆ। ਜਦੋਂ ਦੋਵਾਂ ਨੂੰ ਨਾ ਦਿੱਤੀ ਤੇ ਅਗਲੇ ਦਿਨ ਪੁੱਛਿਆ ਖੁਦਾ ਨੇ ਵੀ 10 ਮੂਸੇ ਪੈਗੰਬਰ ਸਾਰਿਆਂ ਨੂੰ ਦੇ ਦਿੱਤੀ? ਕਹਿਣ ਲੱਗਾ ਜੀ ਬਾਕੀ ਸਾਰਿਆਂ ਨੂੰ ਦੇ ਦਿੱਤੀ, ਪਰ 2 ਤਾਂ ਰੋਜੀ ਦੇਣ ਵਾਲੇ ਹੀ ਨਹੀਂ ਸਨ, ਉਹ ਤਾਂ ਭੁੱਖੇ ਰੱਖਣ ਵਾਲੇ ਹੀ ਸੀ। ਐਸੇ ਬੰਦਿਆਂ ਨੂੰ ਕੀ ਦੇਣ ਜਿਹੜੇ ਕੁਰੀਤੀਆਂ ਕਰਦੇ ਆ, ਐਬਾਂ ਵਿੱਚ ਫਸੇ ਹੋਏ। ਕਹਿਣ ਲੱਗੇ ਨਹੀਂ ਤੂੰ ਫੇਲ ਹੋ ਗਿਆ, ਤੈਨੂੰ ਕਿਸੇ ਦਾ ਗੁਨਾਹ ਵੇਖਣ ਵਾਸਤੇ ਨਹੀਂ ਸੀ ਆਖਿਆ, ਤੈਨੂੰ ਕਿਸੇ ਦੀਆਂ ਗਲਤੀਆਂ ਵੇਖਣ ਵਾਸਤੇ ਨਹੀਂ ਸੀ ਆਖਿਆ, ਤੈਨੂੰ ਕਿਸੇ ਦੇ ਐਬ ਵੇਖਣ ਵਾਸਤੇ ਨਹੀਂ ਆਖਿਆ, ਤੈਨੂੰ ਤਾਂ ਸਿਰਫ ਜ਼ਿੰਮੇਵਾਰੀ ਰੋਜੀ ਦੇਣ ਦੀ ਦਿੱਤੀ ਸੀ, ਤੂੰ ਫੇਲ ਹੋ ਗਿਆ। ਆਖਿਆ ਜੀ ਤੁਸੀਂ ਸਾਰਿਆਂ ਨੂੰ ਦਿੰਦੇ ਹੋ? ਕਹਿੰਦੇ ਹਾਂ ਮੈਂ ਰੋਜੀ ਸਾਰਿਆਂ ਨੂੰ ਦਿੰਦਾ, ਮੈਂ ਨਹੀਂ ਕਿਸੇ ਦੀ ਬੰਦ ਕਰਦਾ। ਉਹਦੀਆਂ ਜਿਹੜੀਆਂ ਗਲਤੀਆਂ ਉਹਦਾ ਲੇਖਾ ਜੋਖਾ ਹੁੰਦਾ, ਉਹਦੀਆਂ ਚੰਗਿਆਈਆਂ ਵੀ ਲਿਖੀਆਂ ਜਾਂਦੀਆਂ, ਬੁਰਾਈਆਂ ਵੀ ਲਿਖੀਆਂ ਜਾਂਦੀਆਂ। ਜਦੋਂ ਉਹਦਾ ਜੀਵਨ ਸਮਾਪਤ ਹੁੰਦਾ ਤੇ ਫਿਰ ਵਾਚੀਆਂ ਜਾਂਦੀਆਂ, ਫਿਰ ਚੰਗਿਆਈਆਂ ਵੀ ਉਹਦੀਆਂ ਵਾਚੀਆਂ ਜਾਂਦੀਆਂ, ਬੁਰਾਈਆਂ ਵੀ, ਤੇ ਉਹਦੇ ਅਨੁਸਾਰ ਉਹਨੂੰ ਫਲ ਭੁਗਤਾਇਆ ਜਾਂਦਾ। ਪਰ ਮੈਂ ਰੋਜੀ ਨਹੀਂ ਬੰਦ ਕਰਦਾ। ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਉੱਥੇ ਲਿਖਿਆ ਇੱਕ ਡੱਬੀ ਦੇ ਵਿੱਚ ਇੱਕ ਨਿੱਕਾ ਜਿਹਾ ਕੀੜਾ ਰੱਖ ਕੇ ਨਾ, ਜਿਹੜਾ ਕੀੜਾ ਤੁਰਨ ਵਾਲਾ, ਉਹ ਡੱਬੀ ਵਿੱਚ ਰੱਖ ਕੇ ਬੰਦ ਕਰਕੇ ਡੱਬੀ ਨੂੰ ਚੰਗੀ ਤਰ੍ਹਾਂ ਮੂਸਾ ਪੈਗੰਬਰ ਆਪਣੇ ਸਿਰ ਦੇ ਵਿੱਚ ਰੱਖ ਕੇ ਲੈ ਗਿਆ। ਆਖਿਆ ਜੀ ਜੇ ਤੁਸੀਂ ਸਾਰਿਆਂ ਨੂੰ ਦਿੰਦੇ ਹੋ ਤੇ ਆ ਇੱਕ ਨਿੱਕਾ ਜਿਹਾ ਕੀੜਾ ਮੈਂ ਬੰਦ ਕਰਕੇ ਲਿਆਇਆ, ਇਹਨੂੰ ਵੀ ਦਿੰਦੇ ਹੋ? ਆਖਿਆ ਇਹਨੂੰ ਵੇਖ। ਜਦੋਂ ਡੱਬੀ ਦਾ ਢੱਕਣ ਖੋਲਿਆ ਤੇ ਖੋਲ ਕੇ ਵਿੱਚੋਂ ਕੀੜਾ ਵੇਖਿਆ ਤੇ ਉਹਦੇ ਮੂੰਹ ਵਿੱਚ ਚੌਲਾਂ ਦਾ ਦਾਣਾ। ਚੌਲਾਂ ਦਾ ਦਾਣਾ ਵੇਖ ਕਰਕੇ ਉਸੇ ਵੇਲੇ ਹੱਥ ਜੋੜ ਕੇ ਨਮਸਕਾਰ ਕੀਤੀ ਵੀ ਖੁਦਾ ਤੂੰ ਧੰਨ ਹੈ, ਤੂੰ ਸਾਰਿਆਂ ਨੂੰ ਹੀ ਦੇਣਾ। ਮੈਂ ਵੀ ਦਾਤਾ ਨਹੀਂ ਬਣ ਸਕਦਾ, ਦਾਤਾ ਤੂੰ ਹੀ ਹੈ।
ਲੋਕ ਮੇਰੀ ਪੂਜਾ ਕਰਦੇ, ਮੈਨੂੰ ਪੈਗੰਬਰ ਤਾਂ ਕਹਿੰਦੇ ਆ, ਪਰ ਦਾਤਾ ਤੂੰ ਹੈ, ਦਾਤਾ ਕੋਈ ਦੂਜਾ ਨਹੀਂ। ਪਰਮੇਸ਼ਰ ਸਾਧ ਸੰਗਤ ਜੀ ਦਾਤਾ ਹੈ, ਹੋਰ ਕੋਈ ਦੂਜਾ ਉਹਦੇ ਤੋਂ ਬਿਨਾਂ ਦਾਤਾ ਹੋ ਹੀ ਨਹੀਂ ਸਕਦਾ। ਉਹ ਗੁਨਾਹਾਂ ਨੂੰ ਵੇਖਦਾ ਹੋਇਆ ਵੀ ਰੋਜੀ ਰੋਟੀ ਦਿੰਦਾ। ਤਾਂ ਗਰੀਬ ਨਵਾਜ ਸਾਹਿਬ ਜੀ ਨੇ ਆਖਿਆ, ਦਾਤਾ ਇੱਕ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਜਗ ਦਾਤਾ ਸੋਏ, ਜਗ ਦੇ ਵਿੱਚ ਦਾਤਾਂ ਦੇਣ ਵਾਲਾ ਸੋਏ ਉਹ ਪਰਮੇਸ਼ਰ ਵਾਹਿਗੁਰੂ ਹੈ। ਉਹ ਅਕਾਲ ਪੁਰਖ ਵਾਹਿਗੁਰੂ, ਉਹਦੇ ਤੋਂ ਬਿਨਾਂ ਕੋਈ ਦੂਜਾ ਦਾਤਾ ਹੀ ਨਹੀਂ ਹੈ। ਉਹ ਫਿਰ ਕਿਸ ਨੂੰ ਦਾਤਾ ਦਿੰਦਾ? ਇਕੱਲੇ ਮਨੁੱਖ ਨੂੰ ਤਾਂ ਨਹੀਂ। ਉਹਨੇ 84 ਲੱਖ ਜੂਨਾਂ ਪੈਦਾ ਕੀਤੀਆਂ ਤੇ ਸਾਰਿਆਂ ਨੂੰ ਦੇ ਰਿਹਾ। 84 ਲੱਖ ਜੂਨੇ ਉਪਾਈ, ਰਿਜ਼ਕ ਦੀਆ ਸਭ ਹੂ ਕੋ ਤਦ ਕਾ। ਅੱਜ ਦਾ ਨਹੀਂ, ਮਹਾਰਾਜ ਕਹਿੰਦੇ ਵੀ ਜਦੋਂ ਤੋਂ ਸ੍ਰਿਸ਼ਟੀ ਪੈਦਾ ਕੀਤੀ, ਜਦੋਂ ਤੋਂ 84 ਲੱਖ ਜੂਨ ਪੈਦਾ ਕੀਤੇ, ਉਦੋਂ ਤੋਂ ਹੀ ਰਿਜ਼ਕ ਦੇ ਰਿਹਾ। ਉਸੇ ਦਿਨ ਤੋਂ ਹੀ। ਕੀ ਉਹਦਾ ਖਜ਼ਾਨਾ ਮੁੱਕਿਆ? ਉਹਦਾ ਭੰਡਾਰਾ ਮੁੱਕਿਆ? ਮਹਾਰਾਜ ਕਹਿੰਦੇ ਮੁੱਕਣਾ ਕੀ, ਉਹ 'ਚ ਤੇ ਘਾਟਾ ਹੀ ਕੋਈ ਨਹੀਂ ਆਉਂਦਾ। ਉਹ ਤਾਂ ਆਉਣਾ ਹੀ ਨਹੀਂ ਹੁੰਦਾ। ਉਹ ਦੇਣ ਵਾਲਾ ਦੇ ਹੀ ਜਾਂਦਾ, ਲੈਣ ਵਾਲੇ ਮੁੱਕ ਜਾਂਦੇ, ਲੈਣ ਵਾਲੇ ਥੱਕ ਵੀ ਜਾਂਦੇ ਤੇ ਲੈਣ ਵਾਲੇ ਮੁੱਕ ਵੀ ਜਾਂਦੇ, ਪਰ ਉਹਦਾ ਖਜ਼ਾਨਾ ਕਦੀ ਮੁੱਕਦਾ ਹੀ ਨਹੀਂ ਹੈ। ਜਪਜੀ ਸਾਹਿਬ ਜੀ ਆਪਾਂ ਪੜ੍ਹਦੇ ਆ ਵੀ ਦੇਂਦਾ ਦੇ, ਲੈਂਦੇ ਥੱਕ ਪਾਏ। ਦੇਣ ਵਾਲਾ ਦੇ ਹੀ ਜਾਂਦਾ ਤੇ ਲੈਣ ਵਾਲੇ ਥੱਕ ਜਾਂਦੇ। ਫਿਰ ਅੱਜ ਤੋਂ ਨਹੀਂ, ਜੋ ਇਹ 2-4 ਦਿਨਾਂ ਤੋਂ ਨਹੀਂ, 2-4 ਸਾਲਾਂ ਤੋਂ ਜਾਂ ਸਦੀਆਂ ਤੋਂ ਨਹੀਂ, ਸਤਿਗੁਰੂ ਕਹਿੰਦੇ ਜੁਗਾ ਜੁਗੰਤਰ ਖਾਹੀ ਖਾਹੇ। ਜੁਗਾਂ ਤੋਂ ਲੈ ਕਰਕੇ ਜੀਵ ਉਹਦੀਆਂ ਦਾਤਾਂ ਖਾਈ ਜਾਂਦੇ ਆ। ਉਹ ਦੇਣ ਵਾਲਾ ਦੇ ਹੀ ਜਾਂਦਾ ਤੇ ਲੈਣ ਵਾਲੇ ਜ਼ਿੰਦਗੀਆਂ ਭੋਗ ਕੇ ਤੁਰੇ ਜਾਂਦੇ। ਖਾਂਦਿਆਂ ਮੋਹ ਇਕੱਠਾ, ਖਾਂਦਿਆਂ ਦੰਦ ਤੇ ਥੱਕ ਜਾਂਦੇ, ਪਰ ਦਾਤਾਂ ਨਹੀਂ ਮੁੱਕਦੀਆਂ। ਦੰਦ ਘਸ ਜਾਂਦੇ ਅੱਜ ਕੱਲ ਤਾਂ ਨਵੇਂ ਵੀ ਲੱਗ ਜਾਂਦੇ, ਪਹਿਲੇ ਨਿਕਲ ਕੇ ਨਵੇਂ ਲਵਾਉਣੇ ਪੈਂਦੇ। ਪਦਾਰਥ ਨਹੀਂ ਮੁੱਕੇ, ਦੰਦ ਮੁੱਕ ਗਏ। ਖਾਂਦਿਆਂ ਮੋਹ ਇਕੱਠਾ, ਪੈ ਨੰਦਿਆ ਸਭ ਅੰਗ, ਨਾਨਕ ਧ੍ਰਿਗ ਤਿਨਾ ਕਾ ਜੀਵਿਆ, ਜਿਨ ਸੱਚ ਨਾ ਲਾਗੋ ਰੰਗ। ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਵਾਹਿਗੁਰੂ ਪਰਮੇਸ਼ਰ ਐਸਾ ਦਾਤਾ ਹੈ। ਫਿਰ ਉਹ ਦਾਤਾ ਇਹੋ ਜਿਹਾ ਹੈ, ਉਹ ਜਿਵੇਂ ਗਰੀਬ ਨਵਾਜ ਸਾਹਿਬ ਜੀ ਨੇ ਆਸਾ ਕੀ ਵਾਰ ਦੇ ਵਿੱਚ ਹੀ ਬਚਨ ਕਹਿਣਾ, ਦਾਤਾ ਕਰਤਾ ਆਪ ਤੂੰ, ਤੁਸ ਦੇਵਹਿ ਕਰਹਿ ਪਸਾਓ। ਉੱਥੇ ਦਾਤਾ ਪਹਿਲਾਂ ਆਖਿਆ ਤੇ ਕਰਤਾ ਬਾਅਦ ਚ ਆਖਿਆ ਪ੍ਰਭੂ। ਉਂਝ ਵੀ ਸ੍ਰਿਸ਼ਟੀ ਦੀ ਪਹਿਲਾਂ ਉਪਦੇਸ਼ ਕਰਦਾ ਨਾ, ਫਿਰ ਪਾਲਣਾ ਕਰਦਾ ਤੇ ਫਿਰ ਸੰਘਾਰਦਾ, ਫਿਰ ਖਾਤਮਾ ਕਰਦਾ। ਪਰ ਮਹਾਰਾਜ ਸਾਹਿਬ ਜੀ ਨੇ ਆਸਾ ਕੀ ਵਾਰ ਵਿੱਚ ਬਚਨ ਕਹਿ ਵੀ ਦਾਤਾ ਪਹਿਲਾਂ ਵਾ ਤੇ ਕਰਤਾ ਬਾਅਦ ਵਿੱਚ ਆ। ਦਾਤਾ ਕਰਤਾ ਆਪ ਤੂੰ, ਤੁਸ ਦੇਵਹਿ ਕਰਹਿ ਪਸਾਓ। ਫਿਰ ਤੁਸ ਪ੍ਰਸੰਨ ਹੋ ਕੇ, ਖੁਸ਼ ਹੋ ਕਰਕੇ ਉਹ ਦਾਤਾਂ ਦਿੰਦਾ। ਇਹਦਾ ਭਾਵ ਕੀ ਹੋਇਆ? ਦਾਤਾ ਪਹਿਲਾਂ ਕਿਉਂ ਆਖਿਆ? ਮਹਾਰਾਜ ਕਹਿੰਦੇ ਉਹ ਹਰੇਕ ਨੂੰ ਪੈਦਾ ਬਾਅਦ ਵਿੱਚ ਕਰਦਾ ਤੇ ਉਹਦੇ ਖਾਣ ਪੀਣ ਦਾ ਪ੍ਰਬੰਧ ਪਹਿਲਾਂ ਕਰਦਾ। ਬੱਚੇ ਦਾ ਜਨਮ ਬਾਅਦ ਵਿੱਚ ਵਾ, ਪਰ ਦੁੱਧ ਦਾ ਪ੍ਰਬੰਧ ਮਾਂ ਦੇ ਕੋਲੇ ਉਹਨੇ ਪਹਿਲਾਂ ਕੀਤਾ ਹੋਇਆ। ਬੱਚੇ ਦੇ ਜਨਮ ਤੋਂ ਪਹਿਲਾਂ ਕਈ ਮਹੀਨੇ ਪਹਿਲਾਂ ਕਰ ਦਿੱਤਾ ਉਸਨੇ, ਕਈ ਸਾਲ ਪਹਿਲਾਂ ਕਰ ਦਿੱਤਾ ਉਸਨੇ। ਪ੍ਰਥਮ ਮਾਖਣ ਪਾਸ਼ਾ ਦੂਧ, ਉਹ ਮਾਤਾ ਦੇ ਕੋਲੇ ਉਹ ਪਹਿਲਾਂ ਹੀ ਪ੍ਰਬੰਧ ਕਰ ਦਿੱਤਾ ਹੈ। ਬੱਚੇ ਦਾ ਜਨਮ ਹੁੰਦਾ ਤੇ ਜਨਮ ਹੋਣ ਤੋਂ ਬਾਅਦ ਉਸੇ ਵੇਲੇ ਉਹਨੂੰ ਦੁੱਧ ਪੀਣ ਵਾਸਤੇ ਮਿਲਦਾ ਹੈ। ਇਸੇ ਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਸੀ, ਮਰਦਾਨਿਆ ਪਰਮੇਸ਼ਰ ਵਾਹਿਗੁਰੂ ਜੀਆਂ ਦੀ ਰੋਜੀ ਰੋਟੀ ਪਹਿਲਾਂ ਦਿੰਦਾ ਹੈ, ਜਨਮ ਬਾਅਦ ਚ ਦਿੰਦਾ ਹੈ। ਸੁਣ ਮਰਦਾਨੇ ਲੈ ਸਦਾ ਸਭ ਕੀ ਸੁਧ ਕਰਤਾਰ, ਦੇਹ ਬਣੀ ਪਸਚਾਤ ਹੈ, ਪੂਰਬ ਬਣਾ ਆਹਾਰ। ਦੇਹ ਪਹਿਲਾਂ ਬਣੀ ਹੈ, ਵਾਹਿਗੁਰੂ ਆਹਾਰ ਪਹਿਲਾਂ ਬਣਿਆ ਹੈ ਤੇ ਦੇਹ ਉਹਨੇ ਬਾਅਦ ਵਿੱਚ ਬਣਾਈ ਹੈ। ਇਸੇ ਨੂੰ ਬਾਣੀ ਚ ਮਹਾਰਾਜ ਸਾਹਿਬ ਜੀ ਨੇ ਆਖਿਆ, ਪਹਿਲੋਂ ਦੇ ਤੈ ਰਿਜਕ ਸਬਾਹਾ, ਪਿੱਛੋਂ ਦੇ ਤੈ ਜਨਤ ਉਪਾਹਾ। ਇਹ ਵਾਹਿਗੁਰੂ ਪਹਿਲਾਂ ਤੂੰ ਰਿਜਕ ਦਾ ਪ੍ਰਬੰਧ ਕਰਦਾ ਹੈ ਤੇ ਫਿਰ ਬਾਅਦ ਵਿੱਚ ਜੀਵਾਂ ਜੰਤੂਆਂ ਨੂੰ ਪੈਦਾ ਕਰਦਾ ਹੈ। ਪੱਥਰਾਂ 'ਚ ਵੀ ਪੈਦਾ ਕਰਕੇ, ਉੱਥੇ ਕੀੜੇ ਨੂੰ ਬਾਅਦ 'ਚ ਪੈਦਾ ਕੀਤਾ ਪੱਥਰ ਦੇ ਵਿੱਚ, ਤੇ ਉਹਦੇ ਖਾਣ ਦਾ ਪ੍ਰਬੰਧ ਪੱਥਰ 'ਚ ਵੀ ਪਹਿਲਾਂ ਕਰ ਦਿੱਤਾ।
ਰਹਿਰਾ ਸਾਹਿਬ 'ਚ ਆਪਾਂ ਬਾਣੀ ਦੇ ਬਚਨ ਪੜ੍ਹਦੇ ਹਾਂ, ਧੁਰ ਕੀ ਬਾਣੀ ਦੇ ਬਚਨ। ਮਹਾਰਾਜ ਕਹਿੰਦੇ ਸੈਲ ਪੱਥਰ ਮਹਿ ਜੰਤਿ ਉਪਾਏ, ਤਾਕਾ ਰਿਜਕ ਆਗੈ ਕਰ ਧਰਿਆ। ਜਿਹੜਾ ਆਗੈ ਕਰ ਧਰਿਆ ਹੈ ਨਾ, ਇਹਦਾ ਭਾਵ ਹੈ ਕਿ ਉਸ ਜੰਤ ਤੋਂ, ਉਸ ਕੀੜੇ ਤੋਂ ਪਹਿਲਾਂ ਉਹਦਾ ਰਿਜਕ ਉੱਥੇ ਰੱਖਿਆ ਪਰਮੇਸ਼ਰ ਨੇ। ਤੋ ਜੱਗ ਦੇ ਵਿੱਚ ਮਹਾਰਾਜ ਕਹਿੰਦੇ ਦਾਤਾ ਇੱਕੋ ਇੱਕ ਪਰਮੇਸ਼ਰ ਹੀ ਹੈ, ਜੋ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ। ਤੇ ਦਾਤਾਂ ਤੋਂ ਭਾਵ ਕੱਲਾ ਖਾਣ ਪੀਣ ਦਾ ਹੀ ਨਹੀਂ, ਜਿੰਨਾ ਕੁਝ ਹੈ ਸਾਰੀਆਂ ਉਹਦੀਆਂ ਦਾਤਾਂ। ਜੋ ਯੋਗਤਾ ਦਿੱਤੀ ਹੈ, ਵੇਖਣ ਦੀ ਦਾਤ ਵੀ ਉਹਨੇ ਦਿੱਤੀ ਹੈ, ਸੁਣਨ ਦੀ ਦਾਤ ਵੀ ਉਹਨੇ ਦਿੱਤੀ, ਬੋਲਣ ਦੀ, ਤੁਰਨ ਦੀ, ਕਰਨ ਦੀ। ਤੇ ਜਿਹੜਾ ਜਿਹੜਾ ਉਹਦਾ ਮੁਰਾਤਬਾ ਮਿਲਿਆ ਹੈ ਨਾ, ਇਹ ਵੀ ਸਾਰੀਆਂ ਦਾਤਾਂ ਹੀ ਹਨ। ਇਸੇ ਨੂੰ ਮਹਾਰਾਜ ਨੇ ਆਖਿਆ ਵੀ ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋ ਹੀ। ਅੱਜ ਜੇ ਮੈਂ ਕਿਸੇ ਯੋਗ ਹਾਂ ਨਾ, ਮੈਨੂੰ ਵਾਹਿਗੁਰੂ ਤੂੰ ਯੋਗਤਾ ਕੋਈ ਦਿੱਤੀ ਹੈ, ਕਿਸੇ ਨੂੰ ਕੋਈ ਗੁਣ ਦਿੱਤਾ, ਕਿਸੇ ਨੂੰ ਕੋਈ ਹੁਨਰ ਦਿੱਤਾ, ਕਿਸੇ ਨੂੰ ਕੋਈ ਅਹੁਦਾ ਦਿੱਤਾ, ਕਿਸੇ ਨੂੰ ਕੋਈ ਮੁਰਾਤਬਾ ਦਿੱਤਾ। ਇਹ ਸਾਰੀਆਂ ਦਾਤੇ ਦੀਆਂ ਦਾਤਾਂ ਵਾ, ਤੇ ਉਹ ਦਾਤਾ ਹੀ ਸਾਰੀਆਂ ਦਾਤਾਂ ਦੇਣ ਵਾਲਾ ਹੈ। ਇਸੇ ਨੂੰ ਆਖਿਆ ਵੀ ਤੁਧ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਉਹਨੇ ਜਾਨ ਵੀ ਉਸੇ ਨੇ ਦਿੱਤੀ ਹੈ, ਸਰੀਰ ਵੀ ਉਹਨੇ ਦਿੱਤਾ, ਜਿੰਦ ਜਾਨ ਦਾ ਦਾਤਾ ਵੀ ਉਹੀ ਹੈ। ਇਸੇ ਨੂੰ ਆਖਿਆ ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਤਉ ਬਿਦ ਨੀਕੀ ਖਟਾਨੀ। ਇਸੇ ਨੂੰ ਫਿਰ ਪ੍ਰਭੂ ਦੇ ਪਿਆਰੇ ਭਗਤਾਂ ਨੇ ਪ੍ਰੇਮ ਵਿੱਚ ਆ ਕੇ ਕਹਿ ਦਿੱਤਾ, ਕਬੀਰ ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਤੋ ਅੱਜ ਦੇ ਬਚਨਾਂ ਵਿੱਚ ਇਹ ਆਪਾਂ ਭਾਵ ਲਿਆ ਹੈ ਵੀ ਸੰਸਾਰ ਦੇ ਵਿੱਚ ਦਾਤਾ ਇੱਕ ਹੀ ਹੈ, ਉਹ ਵਾਹਿਗੁਰੂ ਪਰਮੇਸ਼ਰ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਹ ਆਰੰਭ ਵਾਲੀਆਂ ਦੋ ਪੰਕਤੀਆਂ ਪੜ੍ਹ ਕੇ ਫਿਰ ਫਤਿਹ ਗਜਾਈਏ ਜੀ। ਜਗ ਦਾਤਾ ਸੋਏ, ਭਗਤ ਵਸਨ ਤਿਹੁ ਲੋਏ ਜੀਓ, ਗੁਰ ਸ਼ਬਦ ਸਮਾਵੈ, ਔਰ ਨ ਜਾਣੈ ਕੋਇ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।